ਵਾਹਿਗੁਰੂ ਸਾਹਿਬ ਜੀ। ਕਰੋ ਬਿਨੰਤੀ ਸੁਨੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਮੀਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟ ਹੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਜ ਸੁਵਾਰੇ। ਇਹੋ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਵੈ ਪੀਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹੁ ਬਸੇਰਾ। ਨਿਜ ਕਾਰ ਮਹਿਲ ਪਾਵੋ ਸੁਖ ਸਹਜੇ, ਬਹੁਰ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਸੁਕੋ ਟਲ ਗੁਰ ਸੇਵੀਐ, ਅਹਨਿਸ ਸਹਜੋ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸੰਮਦੀ। ਨੂਰ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਨਾਨਕ ਇਹੋ ਧਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਪਾਉਂਦੀ ਜਾਏ ਪ੍ਰਾਲ, ਪਿੱਛੇ ਹੱਥ ਨਾ ਅੰਬੜੇ। ਤਿਤ ਨਿਵੰਦੈ ਤਾਲ। ਮਹਲਾ ਪਹਿਲਾ। ਨਾਨਕ ਮਨ ਕੇ ਕੰਮ ਫਿਟਿਆ, ਗਣਤ ਨਾ ਆਵਈ। ਕਿਤੀ ਲਹਾਸ ਹਮ, ਜਾ ਬਖਸ਼ੇ ਤਾ ਤਕਾ ਨਹੀਂ। ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀਆਂ ਨੇ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਵੱਡਿਆਂ ਭਾਗਾਂ ਨੂੰ ਪ੍ਰਾਪਤ ਹੋਇਆਂ
ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਕਰਕੇ ਸਤਿਗੁਰਾਂ ਦੀ ਗੁਰਬਾਣੀ ਸਰਵਨ ਕਰ ਰਹੇ ਹਾਂ, ਗੁਰਬਾਣੀ ਪੜ੍ਹ ਰਹੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਪ੍ਰਾਪਤ ਕਰ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਨ ਕਰੀਏ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਇਹ ਆਪਾਂ ਸ਼ਲੋਕ ਸਰਵਨ ਕਰਨ ਵਾਸਤੇ ਜਾ ਰਹੇ ਹਾਂ। ਇਹ ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਨੇ, ਇਹ ਜੋ ਸੂਹੀ ਰਾਗ ਹੈ, ਸੂਹੀ ਰਾਗ ਦੇ ਅੰਦਰ ਜੋ ਵਾਰ ਬਖਸ਼ਿਸ਼ ਕੀਤੀ ਮਹਾਰਾਜ ਸਾਹਿਬ ਜੀਆਂ ਨੇ, ਉਹਦੇ ਵਿੱਚ ਇਹ ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ। ਅੱਜ ਦੇ ਸ਼ਬਦ ਦੀ ਜੋ ਵਿਚਾਰ ਹੈ, 799 ਅੰਗ ਦੇ ਉੱਪਰ ਮਹਾਰਾਜ ਨੇ ਇਹ ਸ਼ਬਦ ਬਖਸ਼ਿਆ ਹੈ। ਔਰ ਸੂਹੀ ਦੀ ਵਾਰ ਦਾ ਇਹ 11ਵਾਂ ਸ਼ਲੋਕ ਮਹਾਰਾਜ ਸਾਹਿਬ ਜੀ ਇੱਥੇ ਸਾਨੂੰ ਬਖਸ਼ਿਸ਼ ਕਰ ਰਹੇ। ਮਹਾਰਾਜ ਫਰਮਾਉਂਦੇ ਹਨ, ਨਾਨਕ ਇਹੋ ਤਨ ਜਾਲ। ਸਤਿਗੁਰੂ ਕਹਿਣ ਲੱਗੇ, ਭਾਈ ਇਸ ਤਨ ਨੂੰ, ਸਰੀਰ ਨੂੰ ਜਾਲ ਕਹੀਏ, ਸਾੜ ਦੇ। ਇਹ ਜਿਹੜਾ ਤੇਰਾ ਤਨ ਹੈ ਨਾ, ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਇਸ ਨੂੰ ਸਾੜ ਦੇਣਾ ਕਰ। ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਕਿਉਂ ਸਰੀਰ ਨੂੰ ਕਿਉਂ ਸਾੜੀਏ, ਕਾਰਨ ਕੀ ਹੈ? ਤੇ ਸਤਿਗੁਰੂ ਫਰਮਾਉਂਦੇ ਹਨ, ਜਲਿਆ ਨਾਮ ਵਸਾਰਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੋ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਅੱਗ ਹੈ ਨਾ, ਉਹਦੇ ਕਰਕੇ ਇਹ ਸੜਿਆ ਹੋਇਆ ਹੈ। ਪਦਾਰਥਾਂ ਦੀ ਜੋ ਤ੍ਰਿਸ਼ਨਾ ਦੀ ਅੱਗ ਹੈ, ਇੱਕ ਪਦਾਰਥ ਮਿਲ ਗਿਆ ਨਾ ਵੀ ਆਹ ਮੈਨੂੰ ਚਾਹੀਦਾ ਹੈ, ਉਹ ਮਿਲ ਗਿਆ, ਉਹਦੇ ਤੋਂ ਅੱਗੇ ਫਿਰ ਦੂਜੀ ਤ੍ਰਿਸ਼ਨਾ ਲੱਗ ਗਈ। ਹੁਣ ਦੂਜਾ ਪਦਾਰਥ ਵੀ ਚਾਹੀਦਾ ਹੈ, ਦੂਜਾ ਪਦਾਰਥ ਵੀ ਮਿਲ ਗਿਆ, ਹੁਣ ਤੀਜਾ ਪਦਾਰਥ ਚਾਹੀਦਾ ਹੈ। ਚਿੰਤਾਮਣੀ ਦਾ ਵਰਣਨ ਕੀਤਾ ਨਾ ਵੀ ਚਿੰਤਾਮਣੀ ਮਨ ਦੀਆਂ ਚਿੰਤਾਵਾਂ ਪੂਰੀਆਂ ਕਰਦੀ, ਚਿੰਤਾ ਦੂਰ ਕਰਦੀ ਹੈ। ਚਿੰਤਾਮਣੀ ਦੇ ਕੋਲੋਂ ਮੰਗ ਲਿਆ ਕਿ ਮੇਰੇ ਕੋਲ ਘਰ ਨਹੀਂ ਹੀ ਹੈ, ਮੈਨੂੰ ਘਰ ਮਿਲ ਜਾਵੇ। ਇੱਕ ਪਦਾਰਥ ਮੰਗਿਆ ਹੈ, ਘਰ ਬਣ ਗਿਆ। ਗੱਲ ਉੱਥੇ ਬਸ ਨਹੀਂ ਹੋਈ ਹੈ, ਤ੍ਰਿਸ਼ਨਾ ਅੱਗੇ ਵੱਧ ਗਈ। ਹੁਣ ਇਸ ਘਰ ਦੇ ਵਿੱਚ ਪਦਾਰਥ ਵੀ ਆ ਜਾਣ, ਖਾਣ ਵਾਲੇ ਪੀਣ ਵਾਲੇ, ਉਹ ਪਦਾਰਥ ਵੀ ਆ ਗਏ। ਤ੍ਰਿਸ਼ਨਾ ਫਿਰ ਖਤਮ ਨਹੀਂ ਹੋਈ ਹੈ। ਹੁਣ ਮੈਨੂੰ ਆਉਣ ਜਾਣ ਵਾਲੇ ਸਾਧਨ, ਗੱਡੀਆਂ ਮੋਟਰਸਾਈਕਲ ਜੋ ਵੀ ਹੈ, ਇਹ ਵੀ ਮੈਨੂੰ ਮਿਲ ਜਾਣ, ਇਹ ਵੀ ਘਰ ਹੋਣੇ ਚਾਹੀਦੇ। ਚਿੰਤਾਮਣੀ ਨੇ ਉਹ ਵੀ ਦੇ ਦਿੱਤੇ। ਪਰ ਇਹ ਕੁਝ ਲੈਣ ਤੋਂ ਮਗਰੋਂ ਵੀ ਇਹ ਨਹੀਂ ਵੀ ਇਹ ਤ੍ਰਿਸ਼ਨਾ ਦੀ ਅੱਗ ਬੁਝ ਗਈ ਹੈ ਵੀ ਹੁਣ ਕੁਝ ਨਹੀਂ ਚਾਹੀਦਾ। ਹੁਣ ਇਹ ਹੈ ਇਸ ਘਰ ਨੂੰ ਸੰਭਾਲਣ ਵਾਲੀ ਮੈਨੂੰ ਵਹੁਟੀ ਮਿਲ ਜਾਵੇ। ਘਰ ਬਣਿਆ ਹੈ, ਪਦਾਰਥ ਬਣ ਗਏ ਨੇ, ਹੁਣ ਇਹ ਸਾਂਭਣ ਵਾਲੀ, ਘਰ ਨੂੰ ਚਲਾਉਣ ਵਾਲੀ ਇਸਤਰੀ ਚਾਹੀਦੀ ਹੈ। ਇਸਤਰੀ ਮਿਲ ਗਈ ਹੈ। ਥੋੜ੍ਹਾ ਸਮਾਂ ਲੰਘਿਆ, ਤ੍ਰਿਸ਼ਨਾ ਫਿਰ ਰੁਕੀ ਨਹੀਂ ਹੈ। ਹੁਣ ਮੈਨੂੰ ਬੱਚੇ ਵੀ ਚਾਹੀਦੇ, ਬੱਚੇ ਮਿਲ ਗਏ। ਫਿਰ ਬੱਚਿਆਂ ਦੀ ਪੜ੍ਹਾਈ ਚਾਹੀਦੀ ਹੈ, ਬੱਚਿਆਂ ਦੀ ਨੌਕਰੀ ਚਾਹੀਦੀ ਹੈ, ਬੱਚਿਆਂ ਦੇ ਅੱਗੇ ਬੱਚੇ ਚਾਹੀਦੇ। ਮਹਾਰਾਜ ਕਹਿਣ ਲੱਗੇ, ਪਦਾਰਥਾਂ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ ਹੈ। ਇੱਕ ਪਦਾਰਥ ਮਿਲਿਆ, ਦੂਜੇ ਦੀ ਇੱਛਾ ਰੱਖਦਾ, ਦੂਜੇ ਦੀ ਡਿਮਾਂਡ ਕਰਦਾ ਵੀ ਦੂਜਾ ਵੀ ਆ ਜਾਵੇ। ਦੂਜਾ ਮਿਲਿਆ, ਫਿਰ ਤੀਜੇ ਦੀ, ਫਿਰ ਚੌਥੇ ਦੀ। ਇੱਥੋਂ ਤੱਕ ਕਿ ਭਾਵੇਂ ਸਾਰੀ ਦੁਨੀਆ ਦੇ ਪਦਾਰਥ ਮਿਲ ਜਾਣ ਤਾਂ ਵੀ ਇਹਦੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝੇਗੀ। ਆਪਾਂ ਇੱਕ ਸਾਖੀ ਸਰਵਨ ਕਰਦੇ ਨਾ, ਇੱਕ ਮਹਾਤਮਾ ਨੇ ਕਿਸੇ ਬੰਦੇ ਨੂੰ 4 ਮੋਮਬੱਤੀਆਂ ਦਿੱਤੀਆਂ। ਕਹਿਣ ਲੱਗੇ, ਇੱਕ ਪਾਸੇ ਜਾਵੇਂਗਾ ਧਨ ਮਿਲੇਗਾ, ਪਰ ਦੂਜੇ 3 ਪਾਸੇ ਨਾ ਜਾਈ। ਇੱਕ ਪਾਸੇ ਚਲਾ ਗਿਆ, ਧਨ ਮਿਲਿਆ, ਪਰ ਧਨ ਲੈ ਕੇ ਧਨ ਉੱਥੇ ਹੀ ਰੱਖ ਦਿੱਤਾ, ਇਹਨੂੰ ਬਾਅਦ ਵਿੱਚ ਲਵਾਂਗਾ। ਹੁਣ ਦੂਜੇ ਪਾਸੇ ਵੇਖ ਕੇ ਆਵਾਂ ਵੀ ਉਧਰ ਕੀ ਹੈ। ਦੂਜੇ ਪਾਸੇ ਤੁਰ ਪਿਆ, ਉੱਥੇ ਸੋਨਾ ਤੇ ਚਾਂਦੀ ਮਿਲ ਪਿਆ, ਬੜਾ ਖੁਸ਼ ਹੋਇਆ।
ਸੋਨੇ ਚਾਂਦੀ ਨੂੰ ਉੱਥੇ ਹੀ ਢੱਕ ਦਿੱਤਾ, ਇਹਨੂੰ ਬਾਅਦ ਵਿੱਚ ਲਵਾਂਗਾ, ਹੁਣ ਤੀਜੇ ਪਾਸੇ ਵੇਖ ਕੇ ਆਵਾਂ। ਤੀਜੇ ਪਾਸੇ ਚਲਾ ਗਿਆ, ਹੀਰੇ ਜਵਾਹਰਾਤ ਮਿਲ ਗਿਆ, ਬੜਾ ਖੁਸ਼ ਹੋਇਆ। ਹੀਰੇ ਜਵਾਹਰਾਤ ਵੀ ਉੱਥੇ ਹੀ ਢੱਕ ਦਿੱਤੇ, ਹੁਣ ਮੈਂ ਚੌਥੇ ਪਾਸੇ ਵੇਖ ਕੇ ਆਵਾਂ। ਮਹਾਤਮਾ ਨੇ ਆਖਿਆ ਚੌਥੇ ਪਾਸੇ ਨਾ ਜਾਈ, ਪਰ ਕਹਿਣ ਲੱਗਾ ਪਹਿਲਾਂ ਰੁਪਈਏ ਮਿਲੇ, ਫਿਰ ਸੋਨਾ ਮਿਲਿਆ, ਹੁਣ ਹੀਰੇ ਮਿਲ ਗਏ, ਅੱਗੇ ਪਤਾ ਨਹੀਂ ਕੀ ਹੋਵੇਗਾ। ਤ੍ਰਿਸ਼ਨਾ ਵੱਧ ਗਈ ਨਾ, ਹੋਰ ਚੌਥੇ ਪਾਸੇ ਤੁਰ ਪਿਆ। ਜਦੋਂ ਚੌਥੇ ਪਾਸੇ ਥੱਲੇ ਪਤਾਲ ਦੇ ਵਿੱਚ ਉਤਰਿਆ ਨਾ, ਤੇ ਇੱਕ ਵਿਅਕਤੀ ਜਿਸ ਥੰਮ ਦੇ ਸਹਾਰੇ ਮਹਿਲ ਖਲੋਤਾ ਨਾ, ਉਸ ਥੰਮ ਨੂੰ ਚੁੱਕ ਕੇ ਵਿਅਕਤੀ ਖਲੋਤਾ ਹੋਇਆ। ਥੱਲੇ ਪਤਾਲ ਵਿੱਚ ਜਾ ਕੇ ਉਹਨੂੰ ਕਹਿਣ ਲੱਗਾ ਵੀ ਇੱਥੇ ਕੋਈ ਖਜ਼ਾਨਾ ਹੈ? ਮੈਨੂੰ ਮਹਾਤਮਾ ਨੇ ਦੱਸਿਆ, ਮੈਂ ਆਇਆ। ਉਹ ਜਿਹੜਾ ਥੰਮ ਚੁੱਕ ਕੇ ਖਲੋਤਾ ਸੀ ਨਾ, ਉਹਨੇ ਇਸ਼ਾਰਾ ਕੀਤਾ ਵੀ ਮੇਰੀ ਥਾਂ ਤੇ ਤੂੰ ਥੰਮ ਚੁੱਕ ਆ ਕੇ, ਫਿਰ ਮੈਂ ਤੈਨੂੰ ਦੱਸਦਾ ਖਜ਼ਾਨਾ ਕਿੱਥੇ ਹੈ। ਉਹਦੀ ਥਾਂ ਤੇ ਜਾ ਕੇ ਥੰਮ ਚੁੱਕ ਕੇ ਆਂਦਾ ਵੀ ਹੁਣ ਦੱਸ ਖਜ਼ਾਨਾ ਕਿੱਥੇ ਆ। ਕਹਿਣ ਲੱਗਾ ਤੇਰੇ ਵਾਂਗੂ ਮੈਨੂੰ ਵੀ 4 ਮੋਮਬੱਤੀਆਂ ਮਿਲੀਆਂ, ਮੈਂ ਵੀ ਪਹਿਲਾਂ ਇੱਕ ਪਾਸੇ ਗਿਆ ਰੁਪਈਏ ਮਿਲੇ, ਦੂਜੇ ਪਾਸੇ ਗਿਆ ਸੋਨਾ ਮਿਲਿਆ, ਤੀਜੇ ਪਾਸੇ ਹੀਰੇ ਮਿਲੇ। ਜਦੋਂ ਮੈਂ ਇੱਥੇ ਆਇਆ ਨਾ, ਤਾਂ ਮੈਨੂੰ ਵੀ ਇੱਥੇ ਇੱਕ ਥੰਮ ਦੇ ਥੱਲੇ ਖਲੋਤਾ ਮਿਲਿਆ, ਤੇ ਮੈਂ ਵੀ ਤੇਰੇ ਵਾਂਗੂ ਪੁੱਛਿਆ, ਤੇ ਉਹਨੇ ਆਖਿਆ ਥੰਮ ਚੁੱਕ। ਮੈਂ ਥੰਮ ਚੁੱਕਿਆ ਤੇ ਉਹ ਚਲਾ ਗਿਆ। ਤੇ ਜਦੋਂ ਜਾਣ ਲੱਗਾ ਤੇ ਮੈਂ ਇਹਨੂੰ ਪੁੱਛਿਆ ਵੀ ਇੱਥੋਂ ਛਡਾਵੇਗਾ ਮੈਨੂੰ ਕਿਉਂ, ਕੌਣ? ਕਿਉਂਕਿ ਥੰਮ ਛੱਡਾਂਗਾ ਤੇ ਮਹਿਲ ਡਿੱਗ ਪੈਣਾ, ਮੈਂ ਮਰ ਜਾਵਾਂਗਾ, ਮੈਨੂੰ ਛਡਾਵੇਗਾ ਕੌਣ? ਤੇ ਉਸ ਵਿਅਕਤੀ ਨੇ ਆਖਿਆ ਜਿਵੇਂ ਲਾਲਚ ਦਾ ਬੱਧਾ ਤੂੰ ਇੱਥੇ ਆਇਆ, ਇਸ ਤਰ੍ਹਾਂ ਜਿਹੜਾ ਤੇਰੇ ਤੋਂ ਵੱਡਾ ਲਾਲਚ ਦਾ ਬੱਧਾ ਹੋਵੇਗਾ ਤੈਨੂੰ ਛਡਾਵੇਗਾ। ਭਾਵ ਇਹ ਹੈ ਕਿ ਮਨੁੱਖ ਦੀ ਤ੍ਰਿਸ਼ਨਾ ਕਦੇ ਬੁਝਦੀ ਨਹੀਂ ਹੈ। ਰੁਪਈਏ ਮਿਲ ਗਏ ਤੇ ਸੋਨਾ ਚਾਹੁੰਦਾ, ਸੋਨਾ ਮਿਲ ਗਿਆ ਤੇ ਹੀਰੇ ਚਾਹੁੰਦਾ, ਹੀਰੇ ਮਿਲ ਗਏ ਤੇ ਫਿਰ ਅੱਗੇ ਹੋਰ ਵੀ ਬੜਾ ਕੁਝ ਚਾਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨਾਨਕ ਇਹੋ ਤਨ ਜਾਲ, ਇਸ ਸਰੀਰ ਨੂੰ ਸਾੜ ਹੀ ਦੇ। ਕਿਉਂ ਸਾੜਨਾ ਹੈ? ਜਿਨ ਜਲਿਆ, ਕਿਉਂਕਿ ਇਸ ਸਰੀਰ ਨੇ ਤ੍ਰਿਸ਼ਨਾ ਦੀ ਅੱਗ, ਜੋ ਪਦਾਰਥਾਂ ਦੀ ਤ੍ਰਿਸ਼ਨਾ ਹੈ ਨਾ, ਉਹਦੀ ਅੱਗ ਦੇ ਵਿੱਚ ਸੜੇ ਹੋਏ ਸਰੀਰ ਨੇ ਨਾਮ ਵਿਸਾਰਿਆ, ਰੱਬ ਦੇ ਨਾਮ ਨੂੰ ਭੁਲਾ ਦਿੱਤਾ। ਫਿਰ ਕੀ ਕਰਨਾ ਉਹ ਸਰੀਰ ਦਾ? ਜਿਹੜੇ ਸਰੀਰ ਨੇ ਪਦਾਰਥਾਂ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਲੱਗ ਕੇ ਰੱਬ ਦੇ ਨਾਮ ਨੂੰ ਵਿਸਾਰਿਆ ਹੈ, ਫਿਰ ਉਹ ਸਰੀਰ ਦਾ ਕਰਨਾ ਕੀ ਹੈ? ਫਰੀਦਾ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਇ। ਜਿਹੜਾ ਸਿਰ ਸਾਈਂ ਦੇ ਅੱਗੇ ਨਿਵਿਆ ਨਹੀਂ, ਪ੍ਰਮਾਤਮਾ ਦੇ ਅੱਗੇ ਝੁਕਿਆ ਨਹੀਂ, ਕਦੇ ਡੰਡੌਤ ਨਹੀਂ ਕੀਤੀ ਹੈ, ਕਦੇ ਨਮਸਕਾਰ ਨਹੀਂ ਕੀਤੀ ਹੈ, ਸੋ ਸਿਰ ਕੀਜੈ ਕਾਇ। ਉਹ ਸਰੀਰ ਦਾ ਕੀ ਕਰਨਾ? ਕੁੰਨੈ ਹੇਠ ਜਲਾਈ ਹੈ, ਤੌੜੀ ਦੇ ਥੱਲੇ, ਜਿਹਦੇ ਵਿੱਚ ਸਾਗ ਬਣਦਾ ਹੈ ਨਾ, ਲੱਕੜਾਂ ਦੀ ਥਾਂ ਤੇ ਆਪਣਾ ਸਿਰ ਉਹਦੇ ਵਿੱਚ ਡਾਹ ਦੇ। ਕੁੰਨੈ ਹੇਠ ਜਲਾਈ ਹੈ, ਬਾਲਣ ਸੰਦੈ ਥਾਏ, ਬਾਲਣ ਦੀ ਥਾਂ ਤੇ। ਕਿਉਂ? ਕਿਉਂਕਿ ਇਹ ਸਰੀਰ ਕੰਮ ਨਹੀਂ ਆਇਆ, ਇਹਨੇ ਪਦਾਰਥਾਂ ਦੀ ਤ੍ਰਿਸ਼ਨਾ ਵਿੱਚ ਲੱਗਾ ਪਰ ਨਾਮ ਨੂੰ ਭੁਲਾ ਦਿੱਤਾ ਹੈ। ਇਸ ਕਰਕੇ ਇਹ ਸਰੀਰ ਦਾ ਕੀ ਕਰਨਾ ਹੈ? ਇਹਨੂੰ ਛੱਡ ਦੇਣਾ ਕਰ। ਦੁਬਾਰਾ ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਨਾਨਕ ਇਹੋ ਤਨ ਜਾਲ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ, ਇਹ ਪੁਰਸ਼ਾ, ਇਹ ਜਿਹੜਾ ਸਰੀਰ ਦਾ ਅਭਿਮਾਨ ਹੈ ਨਾ, ਇਸ ਨੂੰ ਗਿਆਨ ਰੂਪੀ ਅੱਗ ਦੇ ਵਿੱਚ ਸਾੜ ਦੇ। ਗੁਰਮੁਖੋ, ਸਾਨੂੰ ਅਭਿਮਾਨ ਹੈ ਆਪਣੇ ਤਨ ਦਾ। ਮੇਰੇ ਵਰਗਾ ਲੰਬਾ ਕੋਈ ਨਹੀਂ ਹੈ, ਮੇਰੇ ਵਰਗਾ ਤਾਕਤਵਰ ਕੋਈ ਨਹੀਂ ਹੈ, ਮੇਰੇ ਵਰਗਾ ਸੋਹਣਾ ਕੋਈ ਨਹੀਂ ਹੈ, ਮੇਰੇ ਵਰਗਾ ਅਕਲਮੰਦ ਕੋਈ ਨਹੀਂ ਹੈ, ਮੇਰੇ ਵਰਗਾ ਤੰਦਰੁਸਤ ਕੋਈ ਨਹੀਂ। ਇਹ ਅਭਿਮਾਨ ਤਨ ਦਾ ਹੈ, ਸਰੀਰ ਦਾ ਅਹੰਕਾਰ, ਜਿਹਨੂੰ ਆਪਾਂ ਕਹਿੰਦੇ ਹਾਂ ਚਲਤ ਕੱਤ ਟੇਢੇ ਟੇਢੇ ਟੇਢੇ। ਜਵਾਨੀ ਦੇ ਅਹੰਕਾਰ ਵਿੱਚ ਤੋਰ ਬਦਲ ਜਾਂਦੀ ਹੈ, ਲੱਤਾਂ ਦਾ ਪੈਰਾਂ ਦਾ ਰੱਖਣਾ, ਤੁਰਨ ਦਾ ਸਟਾਈਲ ਬਦਲ ਜਾਂਦਾ ਹੈ, ਟੇਢਾ ਜਿਹਾ ਹੋ ਕੇ ਚੌੜਾ ਜਿਹਾ ਹੋ ਕੇ ਤੁਰਦਾ, ਫਕਰ ਮਹਿਸੂਸ ਕਰਦਾ, ਮੇਰੇ ਵਰਗਾ ਕੋਈ ਨਹੀਂ। ਮਹਾਰਾਜ ਕਹਿਣ ਲੱਗੇ ਭਾਈ, ਬਚਨ ਇਹ ਹੈ, ਇਹ ਜਿਹੜਾ ਤੇਰਾ ਸਰੀਰ ਹੈ ਨਾ ਭਾਈ ਪੁਰਸ਼ਾ, ਇਹਦੇ ਵਿੱਚ ਮਹਾਰਾਜ ਕਹਿਣ ਲੱਗੇ ਵੀ ਅਭਿਮਾਨ ਨੇ, ਅਭਿਮਾਨ ਨੂੰ ਗਿਆਨ ਦੀ ਅੱਗ ਦੇ ਨਾਲ ਸਾੜ ਦੇ। ਗਿਆਨ ਕੀ ਹੈ? ਗੁਰੂ ਦੇ ਕੋਲੋਂ ਮਿਲਣਾ। ਗਿਆਨ ਅੰਜਨ ਗੁਰ ਦੀਆ।
ਸਤਿਗੁਰੂ ਗਿਆਨ ਦਿੰਦੇ ਨਾ। ਮਹਾਰਾਜ ਕਹਿਣ ਲੱਗੇ ਉਹ ਭਲਿਆ ਤਨ ਦਾ ਕੀ ਅਭਿਮਾਨ ਕਰਨਾ ਹੈ, ਕਹਾਂ ਬਿਸਾਸਾ ਇਸ ਭਾਂਡੇ ਕਾ ਇਤਨ ਕੁ ਲਾਗੈ। ਇਹ ਬਚਨ ਕਿਹਨੇ ਦੱਸਿਆ? ਇਹ ਬਚਨ ਦੱਸਿਆ ਗੁਰੂ ਨੇ। ਗੁਰੂ ਨੇ ਤੋੜਿਆ ਅਭਿਮਾਨ। ਕਿਉਂ ਕਰਦਾ ਮਾਣ ਸਰੀਰ ਦਾ? ਮਾੜਾ ਜਿਹਾ ਚੋਟ ਲੱਗਣ ਦੀ ਢੇਰ ਹੈ, ਜਿਹਦਾ ਅੱਜ ਅਭਿਮਾਨ ਕਰਦਾ ਪਿਆ, ਕੱਲ ਨੂੰ ਮੰਜੇ ਤੇ ਪਿਆ ਹੋਣਾ ਹੈ। ਇਹ ਗੁਰੂ ਨੇ ਗਿਆਨ ਦਿੱਤਾ ਤੇ ਗੁਰੂ ਦੇ ਗਿਆਨ ਦੇ ਨਾਲ ਮਹਾਰਾਜ ਕਹਿਣ ਲੱਗੇ ਉਹ ਅਭਿਮਾਨ ਜਿਹੜਾ ਸੀ ਉਹ ਸੜ ਗਿਆ ਤੇ ਫਿਰ ਗਿਆਨ ਦੇ ਨਾਲ ਇਹ ਨਾਮ ਜਪਦਾ ਹੈ, ਬੰਦਗੀ ਕਰਦਾ ਹੈ। ਮਹਾਰਾਜ ਫਿਰ ਬਖਸ਼ਿਸ਼ ਕਰਦੇ ਹਨ। ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾ ਵਿਸਾਰਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ, ਇਹ ਜਿਹੜਾ ਤੇਰਾ ਤਨ ਹੈ ਨਾ ਸਰੀਰ, ਇਹੋ ਤਨ ਜਾਲ, ਇਹ ਇੰਦਰ ਜਾਲ ਵਰਗਾ ਹੈ। ਇੰਦਰ ਹੈ ਨਾ ਸੁਰਗਾਂ ਦਾ ਰਾਜਾ, ਉਹ ਜਾਲ ਪਾ ਦਿੰਦਾ ਹੈ। ਕਹਿਣ ਲੱਗੇ ਭਾਈ ਇਹ ਜਿਹੜਾ ਤੇਰਾ ਤਨ ਸਰੀਰ ਹੈ, ਇਹ ਇੰਦਰ ਜਾਲ ਦੇ ਪਦਾਰਥਾਂ ਵਾਂਗ ਮਿਥਿਆ ਹੈ। ਇੰਦਰ ਦੇ ਜਾਲ ਨੂੰ ਮਿਥਿਆ ਮੰਨਿਆ ਜਾਂਦਾ ਹੈ। ਆਪਾਂ ਆਖਦੇ ਨਾ ਆਕਾਸ਼ ਦੇ ਵਿੱਚ ਪੀਂਘ ਪੈ ਗਈ ਹੈ, ਰੰਗ ਬਰੰਗੀ ਦੇਖਦੇ ਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇੰਦਰ ਜਾਲ ਦੇ ਵਾਂਗ ਜਿਵੇਂ ਪਦਾਰਥ ਨਾਸਵੰਤ ਨੇ, ਦਿਸਦੇ ਨੇ ਪਰ ਹੈ ਨਹੀਂ। ਗੁਰਮੁਖਾ ਇਸੇ ਤਰ੍ਹਾਂ ਤੇਰਾ ਸਰੀਰ ਵੀ ਮਿਥਿਆ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ। ਮਿਥਿਆ ਵਸਤੂ ਉਹ ਹੈ ਜਿਹੜੀ ਪਹਿਲਾਂ ਨਹੀਂ, ਬਾਅਦ ਵਿੱਚ ਨਹੀਂ ਹੋਵੇਗੀ। ਇਹ ਸਰੀਰ ਤੇਰਾ ਜਨਮ ਤੋਂ ਪਹਿਲਾਂ ਨਹੀਂ ਸੀ। ਮਾਂ ਨੇ ਬੱਚੇ ਨੂੰ ਜਨਮ ਦੇਣਾ ਨਾ, ਤੇ ਕਿਸੇ ਚਿੱਤਰਕਾਰ ਦੇ ਕੋਲ ਚਲੇ ਜਾਵੇ, ਬੱਚੇ ਨੂੰ ਜਨਮ ਨਹੀਂ ਦਿੱਤਾ ਪਰ ਮੇਰੇ ਬੱਚੇ ਦੀ ਤਸਵੀਰ ਬਣਾ ਦੇ, ਨਹੀਂ ਬਣਾ ਸਕੇਗਾ। ਕਿਉਂ? ਅਜੇ ਤੇਰਾ ਤਨ ਸਰੀਰ ਦੁਨੀਆ ਤੇ ਨਹੀਂ ਆਇਆ, ਤੂੰ ਅਜੇ ਦੁਨੀਆ ਤੇ ਹੈ ਨਹੀਂ। ਦੁਨੀਆ ਤੈਨੂੰ ਉਦੋਂ ਵੇਖੇਗੀ ਜਦੋਂ ਦੁਨੀਆ ਤੇ ਆਵੇਂਗਾ। ਤੇ ਜਦੋਂ ਕੋਈ ਬੰਦਾ ਮਰ ਜਾਵੇ, ਉਹਦਾ ਸੰਸਕਾਰ ਹੋ ਜਾਵੇ, ਉਹਦੀ ਮੜੀ ਦੇ ਕੋਲ ਜਾ ਕੇ ਚਿੱਤਰਕਾਰ ਨੂੰ ਕਹੀਏ ਵੀ ਇੱਥੇ ਸਾਡਾ ਫਲਾਣਾ ਉਹਦਾ ਸੰਸਕਾਰ ਹੋ ਗਿਆ, ਤੂੰ ਚਿੱਤਰ ਬਣਾ ਦੇ, ਉਹ ਕਹੇਗਾ ਨਹੀਂ, ਚਿੱਤਰ ਤੇ ਤਾਂ ਬਣੇਗਾ ਉਹਨੂੰ ਸਾਹਮਣੇ ਬਿਠਾਓ। ਜਨਮ ਤੋਂ ਪਹਿਲਾਂ ਚਿੱਤਰ ਨਹੀਂ ਬਣ ਸਕਦਾ, ਮਰਨ ਤੋਂ ਮਗਰੋਂ ਵੀ ਨਹੀਂ ਬਣ ਸਕਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਰੀਰ ਤੇਰਾ ਜਨਮ ਤੋਂ ਪਹਿਲਾਂ ਨਹੀਂ ਹੈ, ਮੌਤ ਤੋਂ ਬਾਅਦ ਵਿੱਚ ਵੀ ਨਹੀਂ ਹੋਵੇਗਾ, ਇਸ ਕਰਕੇ ਇਹ ਮਿਥਿਆ ਹੈ। ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਗੁਰਮੁਖਾ, ਇਹੋ ਤਨ ਜਾਲ, ਇਹ ਜਿਹੜਾ ਤੇਰਾ ਤਨ ਸਰੀਰ ਹੈ, ਇਹ ਇੰਦਰ ਜਾਲ ਦੇ ਵਾਂਗ ਮਿਥਿਆ ਹੈ। ਦਿਸਦਾ ਜ਼ਰੂਰ ਹੈ ਪਰ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਜ਼ਿੰਦਗੀ ਹੈ। ਜ਼ਿੰਦਗੀ ਖਤਮ ਹੋਣ ਤੋਂ ਬਾਅਦ ਵਿੱਚ ਦਿਸੇਗਾ ਨਹੀਂ, ਤੇ ਜਨਮ ਤੋਂ ਪਹਿਲਾਂ ਵੀ ਇਹ ਸਰੀਰ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਅੱਗ ਦੇ ਨਾਲ ਇਹ ਸੜੇ ਹੋਏ ਸਰੀਰ ਨੇ ਨਾਮ ਵਿਸਾਰਿਆ, ਪਰਮਾਤਮਾ ਦੇ ਨਾਮ ਨੂੰ ਭੁਲਾ ਦਿੱਤਾ ਹੈ, ਰੱਬ ਦੇ ਨਾਮ ਨੂੰ ਛੱਡ ਕੇ ਬੈਠਾ ਹੈ। ਉਹਦੀ ਜਾਏ ਪ੍ਰਾਲ ਪਿੱਛੇ ਹੱਥ ਨਾ ਅੰਬੜੇ, ਤਿਤ ਨਵੰਦੈ ਤਾਲ। ਇੱਕ ਉਦਾਹਰਨ ਦਿੰਦੇ ਮਹਾਰਾਜ, ਕਹਿਣ ਲੱਗੇ ਕੋਈ ਵਿਅਕਤੀ ਨਾ ਸ਼ਾਹੂਕਾਰ, ਉਹਦੇ ਹੱਥ ਦੀ ਜਿਹੜੀ ਮੁੰਦਰੀ ਹੈ ਨਾ, ਉਹ ਕਹਿਣ ਲੱਗੇ ਨੀਵੇਂ ਪਾਣੀ ਦੇ ਤਾਲ ਵਿੱਚ ਡਿੱਗ ਪਈ। ਥੱਲੇ ਕੋਈ ਪਾਣੀ ਦਾ ਤਾਲ ਸੀ ਨੀਵੀਂ ਥਾਂ ਤੇ ਸ਼ਾਹੂਕਾਰ ਦੇ ਹੱਥ ਵਿੱਚ ਮੁੰਦਰੀ ਹੈ ਤੇ ਮੁੰਦਰੀ ਪਾਣੀ ਵਿੱਚ ਡਿੱਗ ਪਈ। ਤੇ ਉਹ ਜਿਹੜਾ ਸ਼ਾਹੂਕਾਰ ਹੈ ਨਾ, ਉਸ ਤਾਲ ਦੇ ਕਿਨਾਰੇ ਖੜਾ ਹੋਇਆ ਰੋਈ ਜਾਂਦਾ, ਹਾਏ ਮੇਰੀ ਮੁੰਦਰੀ ਡਿੱਗ ਪਈ, ਹਾਏ ਮੇਰੀ ਮੁੰਦਰੀ ਡਿੱਗ ਪਈ, ਪਰ ਕੱਢਦਾ ਨਹੀਂ ਹੈ। ਇੰਨੇ ਚਿਰ ਨੂੰ ਇੱਕ ਸਿਆਣਾ ਵਿਅਕਤੀ ਲੰਘਿਆ, ਉਹਨੇ ਪੁੱਛਿਆ ਵੀ ਸ਼ਾਹੂਕਾਰਾ ਰੋਂਦਾ ਕਿਉਂ ਆ? ਕਹਿਣ ਲੱਗਾ ਵੀ ਆਹ ਜਿਹੜਾ ਨੀਵਾਂ ਤਾਲ ਹੈ ਨਾ, ਇਹਦੇ ਵਿੱਚ ਮੇਰੀ ਮੁੰਦਰੀ ਡਿੱਗ ਪਈ ਹੈ। ਤੇ ਸਿਆਣੇ ਵਿਅਕਤੀ ਨੇ ਸਲਾਹ ਦਿੱਤੀ, ਕਹਿਣ ਲੱਗਾ ਤਿਤ ਨਿਵੰਦੈ ਤਾਲ, ਇਹ ਜਿਹੜਾ ਨੀਵਾਂ ਤਾਲ ਹੈ ਨਾ, ਇਹਦੇ ਵਿੱਚੋਂ ਮੁੰਦਰੀ ਕੱਢ। ਉਹਦਾ ਕਾਰਨ ਕੀ ਹੈ? ਪੌਦੀ ਜਾਏ ਪ੍ਰਾਲ, ਇਸ ਵੇਲੇ ਹਨੇਰੀ ਚੱਲਣ ਵਾਲੀ ਹੈ ਜਾਂ ਚੱਲਦੀ ਪਈ ਹੈ। ਹਨੇਰੀ ਚੱਲਣ ਦੇ ਨਾਲ ਮਿੱਟੀ ਉੱਡੇਗੀ, ਮਿੱਟੀ ਇਸ ਪਾਣੀ ਵਿੱਚ ਪਵੇਗੀ, ਇਹ ਪਾਣੀ ਗੰਧਲਾ ਹੋ ਜਾਏਗਾ, ਗੰਦਾ ਹੋ ਜਾਏਗਾ। ਤੇ ਜੇ ਇਹ ਪਾਣੀ ਗੰਦਾ ਹੋ ਗਿਆ, ਪਿੱਛੇ ਹੱਥ ਨਾ ਅੰਬੜਾ, ਫਿਰ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਲੱਗਣਾ ਹੈ। ਹੁਣ ਤੇ ਮੁੰਦਰੀ ਦਿਸਦੀ ਪਈ ਹੈ, ਪਾਣੀ ਸਾਫ਼ ਹੈ,
ਥੱਲੇ ਉਤਰੇਗਾ, ਹੱਥ ਪਾਵੇਂਗਾ, ਮੁੰਦਰੀ ਮਿਲ ਜਾਣੀ ਹੈ। ਪਰ ਹਨੇਰੀ ਚੱਲਣ ਦੇ ਨਾਲ ਮਿੱਟੀ ਉੱਡ ਪੈਣੀ ਹੈ, ਮਿੱਟੀ ਉੱਡਣ ਦੇ ਨਾਲ ਪਾਣੀ ਗੰਦਾ ਹੋ ਜਾਣਾ ਹੈ, ਫਿਰ ਇਹ ਮੁੰਦਰੀ ਤੈਨੂੰ ਮਿਲਣੀ ਨਹੀਂ ਹੈ। ਇਹ ਇੱਕ ਦੁਨੀਆ ਦੀ ਉਦਾਹਰਣ ਹੈ। ਮਹਾਰਾਜ ਇਹਦੇ ਵਿੱਚੋਂ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ, ਕਹਿਣ ਲੱਗੇ ਬਚਨ ਭਾਈ ਇਹ ਹੈ ਗੁਰਮੁਖਾ, ਇਸੇ ਤਰ੍ਹਾਂ ਇਹ ਜਿਹੜਾ ਤੇਰਾ ਅੰਤःਕਰਨ ਹੈ ਨਾ, ਅੰਤःਕਰਨ ਤੇਰਾ ਹਿਰਦਾ, ਇਹ ਅੰਤःਕਰਨ ਹਿਰਦਾ ਜਿਹੜਾ ਇੱਕ ਡੂੰਘਾ ਤਾਲ ਹੈ, ਇੱਕ ਨੀਵਾਂ ਤਾਲ ਹੈ। ਤੇ ਪਾਤਸ਼ਾਹ ਕਹਿਣ ਲੱਗੇ ਇਹਦੇ ਵਿੱਚ ਆਤਮਿਕ ਵਸਤੂ ਰੂਪ ਮੁੰਦਰੀ ਡਿੱਗੀ ਹੈ, ਜਿਹੜੀ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣਾ ਹੈ, ਜਾਂ ਕਹੀਏ ਇਸ ਆਤਮਾ ਨੂੰ ਸਾਖਿਆਤ ਕਰਨਾ, ਪ੍ਰਗਟ ਕਰਨਾ, ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਅੰਤঃਕਰਨ ਰੂਪੀ ਤਲਾਬ ਦੇ ਵਿੱਚ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੀ ਤੇਰੀ ਆਤਮਿਕ ਵਸਤੂ ਰੂਪ ਮੁੰਦਰੀ ਡਿੱਗ ਪਈ ਹੈ। ਤੇ ਪਾਤਸ਼ਾਹ ਬਚਨ ਕਰਦੇ ਕਹਿਣ ਲੱਗੇ ਪੌਦੀ ਜਾਏ ਪਰਾਲੋ ਗੁਰਮੁਖਾ, ਕਾਮ ਦੀ, ਕ੍ਰੋਧ ਦੀ, ਲੋਭ ਤੇ ਮੋਹ ਦੀ ਹਨੇਰੀ ਬੜੀ ਚੱਲਦੀ ਪਈ ਹੈ। ਇਹ ਵਿਕਾਰਾਂ ਦੀ ਹਨੇਰੀ ਦੇ ਨਾਲ ਇਹ ਅੰਤঃਕਰਨ ਮੈਲਾ ਹੋ ਜਾਏਗਾ। ਕਦੇ ਕਾਮ ਦਾ ਵਿਕਾਰ ਆ ਗਿਆ, ਕਦੇ ਲੋਭ ਦਾ, ਕਦੇ ਮੋਹ ਦਾ, ਕਦੇ ਅਹੰਕਾਰ ਦਾ। ਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਇਹਨਾਂ ਵਿਕਾਰਾਂ ਦਾ ਝੱਖੜ ਝੁੱਲੇਗਾ ਨਾ, ਉਸ ਵੇਲੇ ਵਿਕਾਰਾਂ ਰੂਪੀ ਮਿੱਟੀ ਇਹਦੇ 'ਚ ਪੈ ਜਾਏਗੀ। ਜੇ ਵਿਕਾਰਾਂ ਦੀ ਮਿੱਟੀ ਪੈ ਗਈ ਤੇ ਪਾਤਸ਼ਾਹ ਕਹਿਣ ਲੱਗੇ ਉਸ ਤੋਂ ਬਾਅਦ ਵਿੱਚ ਤੇਰਾ ਮਨ ਰੂਪੀ ਹੱਥ, ਜਾਂ ਕਹਿ ਲਈਏ ਬੁੱਧੀ ਰੂਪੀ ਹੱਥ, ਇਸ ਆਤਮਿਕ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਨਹੀਂ ਪਵੇਗਾ। ਜਾਂ ਆਪਾਂ ਸੌਖਾ ਜਿਹਾ ਸਮਝਣ ਵਾਸਤੇ ਇਹ ਬਚਨ ਸਮਝ ਲਈਏ, ਭਾਵ ਜਿਸ ਦੇ ਜਿੰਨੇ ਪਾਪ ਬਹੁਤੇ ਹੋਣ, ਜਿੰਨਾ ਬੰਦਾ ਜ਼ਿਆਦਾ ਪਾਪੀ ਹੋਵੇਗਾ ਨਾ, ਜ਼ਿਆਦਾ ਪਾਪ ਕਰਨ ਵਾਲਾ ਜਾਂ ਕੀਤੇ ਹੋਣਗੇ, ਫਿਰ ਉਸ ਦੀ ਬੁੱਧੀ ਵਿੱਚ ਨਾਮ ਜਪਣ ਦੀ ਤਾਕਤ ਨਹੀਂ ਰਹਿੰਦੀ ਹੈ। ਨਾਮ ਨਹੀਂ ਉਹਦੇ ਕੋਲ ਜਪਿਆ ਜਾਂਦਾ। ਕਈ ਵਾਰੀ ਆਪਾਂ ਕਹਿ ਵੀ ਦਿੰਦੇ ਹਾਂ ਭਾਈ ਤੂੰ ਬਾਣੀ ਪੜ੍ਹਿਆ ਕਰ, ਤੂੰ ਨਾਮ ਜਪਿਆ ਕਰ। ਅਗਲੇ ਦਾ ਜਵਾਬ ਇਹ ਹੁੰਦਾ ਮੇਰੇ ਕੋਲ ਟਾਈਮ ਨਹੀਂ ਲੱਗਦਾ ਹੈ, ਮੈਂ ਜਪਦਾ ਹਾਂ, ਮੇਰਾ ਧਿਆਨ ਨਹੀਂ ਲੱਗਦਾ ਹੈ, ਮੇਰੇ ਤੋਂ ਬੈਠਿਆ ਨਹੀਂ ਜਾਂਦਾ, ਮੈਨੂੰ ਨੀਂਦ ਆਉਂਦੀ ਹੈ। ਮਹਾਰਾਜ ਕਹਿੰਦੇ ਕਾਰਨ ਉਹਦਾ ਇਹ ਹੈ ਵੀ ਇਸ ਬੰਦੇ ਦੇ ਪਾਪ ਬਹੁਤੇ ਵੱਧ ਗਏ ਨੇ। ਉਹ ਬਹੁਤੇ ਪਾਪ ਵਧਣ ਦੇ ਨਾਲ ਇਹਦੀ ਬੁੱਧੀ ਨੂੰ ਉਹ ਨਾਮ ਦੇ ਵਿੱਚ ਲੱਗਣ ਹੀ ਨਹੀਂ ਦਿੰਦੇ। ਭਾਵੇਂ ਕਿ ਸਾਰੀ ਦੁਨੀਆ ਸਲਾਹ ਦਿੰਦੀ ਹੈ ਵੀ ਨਾਮ ਜਪਿਆ ਕਰ, ਕਹਿੰਦਾ ਨਾਮ ਜਪਦਾ ਤੇ ਨੀਂਦ ਆਉਂਦੀ ਹੈ, ਜਾਂ ਮੇਰੇ ਕੋਲ ਟਾਈਮ ਨਹੀਂ ਲੱਗਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਿਉਂਕਿ ਪਾਪ ਬਹੁਤੇ ਨੇ, ਬੁੱਧੀ ਵਿੱਚ ਨਾਮ ਜਪਣ ਦੀ ਤਾਕਤ ਨਹੀਂ ਰਹਿੰਦੀ ਹੈ, ਇਸ ਲਈ ਭਾਈ ਹੁਣੇ ਹੀ ਨਾਮ ਜਪ ਲਾ ਜੇ ਜਪ ਸਕਦਾ ਹੈ, ਫਿਰ ਬਹੁਤੇ ਪਾਪਾਂ ਕਰਕੇ ਜਪਿਆ ਨਹੀਂ ਜਾਣਾ ਹੈ। ਪਹਿਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ, ਕੰਟ ਨਾ ਆਵਹੀ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਬਚਨ ਇਹ ਹੈ ਕਿ ਇਹ ਮਨ ਦੇ ਇੰਨੇ ਕੰਮ ਫਿੱਟਿਆ ਕਹੀਏ ਵਿਗੜੇ ਹੋਏ ਨੇ। ਇਹ ਜਿਹੜਾ ਸਾਡਾ ਮਨ ਹੈ ਨਾ, ਰੋਜ਼ ਨਵੇਂ ਤੋਂ ਨਵਾਂ ਕੰਮ ਵਿਗਾੜਦਾ ਹੈ। ਭਾਵੇਂ ਦੁਨੀਆ ਵਿੱਚ ਅਸੀਂ ਸਾਧੂ ਬਣ ਜਾਈਏ, ਸੰਤ ਬਣ ਜਾਈਏ, ਸੋਸ਼ਲ ਵਰਕਰ ਬਣ ਜਾਈਏ ਵੀ ਮੈਂ ਸਮਾਜ ਦੇ ਬੜੇ ਕੰਮ ਕਰਦਾ ਹਾਂ, ਪਰ ਪਾਤਸ਼ਾਹ ਕਹਿਣ ਲੱਗੇ ਜਿਹੜਾ ਤੇਰਾ ਮਨ ਹੈ ਨਾ, ਮਨ ਕੇ ਕਾਮ ਫਿੱਟਿਆ, ਤੇਰੇ ਮਨ ਦੇ ਜਿਹੜੇ ਕੰਮ ਫਿੱਟਿਆ ਕਹੀਏ ਬੜੇ ਵਿਗੜੇ ਹੋਏ ਨੇ। ਦਿਨੇ ਰਾਤ ਵਿਗੜੇ ਵਿਗੜੇ ਕੰਮਾਂ ਨੂੰ ਕਰਦਾ ਵੀ ਦੁਨੀਆ ਨੂੰ ਨਾ ਪਤਾ ਲੱਗੇ। ਮਨ ਤੇ ਗੁਰਮੁਖੋ ਸੰਗਤ ਵਿੱਚ ਬੈਠਾ ਵੀ ਵਿਕਾਰਾਂ ਨੂੰ ਸੋਚੀ ਜਾਂਦਾ, ਸੰਗਤ ਵਿੱਚ ਬੈਠਾ ਵੀ ਮਨ ਮਾੜੀਆਂ ਗੱਲਾਂ ਨੂੰ ਸੋਚਦਾ ਹੈ, ਮਾੜੇ ਪਾਸੇ ਧਿਆਨ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿਣ ਲੱਗੇ ਮਨ ਕੇ ਕੰਮ ਫਿੱਟਿਆ, ਇਹ ਜਿਹੜਾ ਮਨ ਹੈ ਨਾ, ਇਹਦੇ ਕੰਮ ਫਿੱਟਿਆ ਕਹੀਏ ਬੜੇ ਵਿਗੜੇ ਹੋਏ ਨੇ। ਕਿੰਨੇ ਕੁ ਵਿਗੜੇ ਨੇ ਉਹ ਮਹਾਰਾਜ ਦੱਸਦੇ ਹਨ। ਜੇ ਕੋਈ ਬੰਦਾ ਗਿਣਤੀ ਕਰਨ ਲੱਗ ਪਵੇ ਨਾ ਤੇ ਗਿਣਤੀ ਮੁੱਕ ਜਾਣੀ ਹੈ, ਪਰ ਕੰਮ ਵਿਗੜੇ ਨਹੀਂ ਮੁੱਕਣੇ। ਬੰਦਾ ਕੋਈ ਬੈਠ ਗਿਆ ਕਾਪੀ ਪੈਨ ਲੈ ਕੇ, ਅੱਜ ਮੈਂ ਆਪਣੇ ਮਨ ਦੇ ਕੰਮ ਗਿਣਾਂਗਾ ਵੀ ਮੇਰੇ ਮਨ ਵਿੱਚ ਕਿੰਨੇ ਵਿਚਾਰ ਮਾੜੇ ਆਏ, ਕਿੰਨਾ ਮੈਂ ਮਾੜਾ ਸੋਚਿਆ, ਕਿੰਨਾ ਮੈਂ ਮਾੜਾ ਕਰਨ ਵਾਸਤੇ ਸੋਚਿਆ। ਲਿਖਣ ਲੱਗ ਪਿਆ, ਕਹਿਣ ਲੱਗੇ ਕਾਗਜ਼ ਮੁੱਕ ਜਾਣਗੇ, ਪੈਨ ਮੁੱਕ ਜਾਣਗੇ, ਹੱਥ ਥੱਕ ਜਾਣਗੇ, ਪਰ ਤੇਰਾ ਮਨ ਜਿੰਨੇ ਮਾੜੇ ਕੰਮ ਸੋਚਦਾ ਤੇ ਕਰਦਾ ਹੈ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਨਾਨਕ ਮਨ ਕੇ ਕੰਮ ਫਿੱਟਿਆ, ਇਹ ਜਿਹੜਾ ਮਨ ਹੈ ਫਿੱਟਿਆ ਕਹੀਏ ਕੰਮਾਂ ਨੂੰ ਵਿਗਾੜਦਾ ਹੈ, ਵਿਗੜੇ ਕੰਮ ਕਰਦਾ ਹੈ। ਗਣਤ ਨਾ ਆਵੇ, ਉਹਨਾਂ ਦੀ ਗਿਣਤੀ ਨਹੀਂ ਆਉਂਦੀ ਬੰਦਿਆ।
ਤੂੰ ਕਿਹੜੇ ਗੱਲਾਂ ਕਰਦਾ ਵੀ ਮੈਂ ਤੇ ਬੜਾ ਦੁੱਧ ਨਾਤਾ ਹਾਂ। ਨਹੀਂ, ਤੇਰੇ ਕੰਮ ਹੀ ਇੰਨੇ ਵਿਗੜੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ। ਸਮੁੰਦਰ ਦੇ ਪਾਣੀ ਨੂੰ ਕਿਸੇ ਬਾਲਟੀ ਦੇ ਨਾਲ, ਕਿਸੇ ਮੱਗ ਦੇ ਨਾਲ, ਕਿਸੇ ਕੰਡੇ ਦੇ ਨਾਲ ਤੋਲਿਆ ਨਹੀਂ ਜਾਂਦਾ ਵੀ ਸਮੁੰਦਰ ਵਿੱਚ ਕਿੰਨਾ ਪਾਣੀ ਹੈ। ਵਿਗਿਆਨੀ ਜਨ ਜਿਹੜੇ ਨੇ, ਸਾਇੰਟਿਸਟ ਜਿਹੜੇ ਨੇ, ਅੰਦਾਜ਼ਾ ਮਾਰਦੇ ਵੀ ਇੰਨੇ ਇਹਦੇ ਵਿੱਚ ਪਾਣੀ ਹੋਵੇਗਾ, ਇੰਨਾ ਡੂੰਘਾ ਹੋਵੇਗਾ, ਪਰ ਮੁਕੰਮਲ ਤੌਰ ਤੇ ਦੱਸ ਨਹੀਂ ਕੋਈ ਸਕਦਾ ਵੀ ਹੈ ਕਿੰਨਾ, ਉਹਦੀ ਡੂੰਘਾਈ ਕੀ ਹੈ, ਉਹਦੀ ਲੰਬਾਈ ਕੀ ਹੈ, ਉਹਦੇ ਵਿੱਚ ਪਾਣੀ ਕਿੰਨਾ, ਕਿਸੇ ਨੂੰ ਪੱਕਾ ਕੋਈ ਕਨਫਰਮ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸਮੁੰਦਰ ਦੇ ਪਾਣੀ ਨੂੰ ਮਿਣਿਆ ਤੋਲਿਆ ਨਹੀਂ ਜਾ ਸਕਦਾ। ਬੰਦਿਆ, ਤੇਰੇ ਮਨ ਦੇ ਅਵਗੁਣ ਵੀ ਮਿਣੇ ਤੋਲੇ ਜਾ ਨਹੀਂ ਸਕਦੇ ਹਨ। ਗਣਤ ਨਾ ਆਵਹੀ। ਤੇਰੇ ਮਨ ਦੇ ਗੁਨਾਹ, ਇਹਨਾਂ ਨੂੰ ਕੋਈ ਗਿਣ ਨਹੀਂ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਸ ਮਨ ਦੇ ਕੀਤੇ ਹੋਏ ਸਹਮ ਕਹੀਏ ਮਾੜੇ ਕੰਮਾਂ ਦਾ ਦੁੱਖ ਕਿੰਨਾ ਕੁ ਲਵੇਂਗਾ। ਕੀਤੀ ਲਹਾਂ ਸਹਮ। ਸਹਮ ਨਾਮ ਗੁਰਮੁਖੋ ਦੁੱਖ ਦਾ ਹੈ। ਮਨ ਦੇ ਵਿਗੜੇ ਹੋਏ ਕੰਮਾਂ ਦਾ ਦੁੱਖ ਤੈਨੂੰ ਕਿੰਨਾ ਕੁ ਮਿਲੇਗਾ, ਕਿੰਨਾ ਕੁ ਤੂੰ ਇਸ ਦਾ ਦੁੱਖ ਲੈਣਾ ਹੈ। ਬਖਸ਼ੇ ਤਾਂ ਧੱਕਾ ਨਹੀਂ। ਗੁਰਮੁਖੋ ਗਿਣਤੀ ਕੋਈ ਨਹੀਂ ਹੈ। ਜੇ ਸਾਡੇ ਮਨ ਦੇ ਗੁਨਾਹਾਂ ਦੀ ਗਿਣਤੀ ਕੋਈ ਨਹੀਂ, ਉਹਨਾਂ ਗੁਨਾਹਾਂ ਦੀ ਜਿਹੜੀ ਸਜ਼ਾ ਹੈ ਨਾ ਗੁਰਮੁਖੋ, ਉਹਦੀ ਵੀ ਗਿਣਤੀ ਕੋਈ ਨਹੀਂ ਹੈ। ਕਿੰਨੀ ਕੁ ਸਜ਼ਾ ਮਿਲੇਗੀ। ਪਾਤਸ਼ਾਹ ਕਹਿਣ ਲੱਗੇ ਕਿ 30 ਲਹਾਂ ਸਹਮ। ਕਿੰਨੇ ਕੁ ਦੁੱਖਾਂ ਨੂੰ ਸਹਾਰੇਗਾ, ਕਿੰਨੇ ਕੁ ਦੁੱਖਾਂ ਦਾ ਦੁੱਖ ਆਪਣੇ ਤੇ ਲਵੇਂਗਾ, ਨਹੀਂ ਲਿਆ ਜਾਣਾ। ਪਰ ਜੇ ਗੁਰੂ ਦੀ ਸ਼ਰਨ ਵਿੱਚ ਆ ਗਿਆ ਤੇ ਪਾਤਸ਼ਾਹ ਕਹਿਣ ਲੱਗੇ ਉਸ ਵੇਲੇ ਜਾਂ ਬਖਸ਼ੇ, ਫਿਰ ਗੁਰੂ ਬਖਸ਼ ਦੇਵੇਗਾ। ਤਾਂ ਹੀ ਬਚਨ ਆਉਂਦਾ ਨਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ। ਦਇਆ ਕਰੋ ਕਿਛ ਮੇਰੇ ਉਪਾਵੋ। ਜੇ ਸਤਿਗੁਰੂ ਮਿਹਰ ਕਰ ਦੇਣ, ਦਇਆ ਕਰ ਦੇਣ, ਜਾਂ ਬਖਸ਼ੇ। ਜੇ ਮਹਾਰਾਜ ਨੇ ਬਖਸ਼ ਲਿਆ ਫਿਰ ਧੱਕਾ ਨਹੀਂ, ਫਿਰ ਧੱਕਾ ਨਹੀਂ ਵੱਜੇਗਾ। ਜੇ ਗੁਰੂ ਨੇ ਬਖਸ਼ ਲਿਆ ਨਾ, ਫਿਰ ਧੱਕੇ ਨਹੀਂ ਵੱਜਣਗੇ, ਫਿਰ ਸਾਰੇ ਧੱਕੇ ਮਾਫ ਹੋ ਜਾਣਗੇ। ਪਰ ਜੇ ਨਾ ਬਖਸ਼ਿਆ, ਫਿਰ ਤੂੰ ਆਪਣੇ ਮਨ ਦੇ ਗੁਨਾਹਾਂ ਦੀ ਗਿਣਤੀ ਜਾਂ ਪਾਪਾਂ ਦੀ ਗਿਣਤੀ ਦਾ ਦੁੱਖ ਸਹਿ ਨਹੀਂ ਸਕੇਗਾ। ਤੇਰੇ ਕੋਲੋਂ ਝੱਲਿਆ ਨਹੀਂ ਜਾਣਾ, ਕਿਉਂਕਿ ਗੁਨਾਹ ਹੀ ਇੰਨੇ ਕੀਤੇ। ਉਹਨਾਂ ਗੁਨਾਹਾਂ ਦਾ ਫਲ ਤੇਰੇ ਤੋਂ ਨਹੀਂ ਸਹਾਰਿਆ ਜਾਣਾ ਹੈ। ਗੁਰੂ ਦੇ ਅੱਗੇ ਆ ਕੇ ਤਰਲਾ ਕਰਿਆ ਕਰ, ਉਹ ਭਲਿਆ ਮੱਥਾ ਟੇਕ ਕੇ ਗਿੜਗੜਾਇਆ ਕਰ, ਮਿੰਨਤ ਕਰਿਆ ਕਰ, ਮਹਾਰਾਜ ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਲੇਖਾ ਕਤਹਿ ਨਾ ਛੂਟੀਐ, ਖਿਨ ਖਿਨ ਭੁੱਲਣਹਾਰ। ਮਹਾਰਾਜ ਅੱਖ ਨੂੰ ਖੋਲ੍ਹਣਾ ਤੇ ਬੰਦ ਕਰਨਾ, ਪਲਕਾਂ ਝਪਕਦਾ ਹਾਂ। ਇੰਨੇ ਸਮੇਂ ਵਿੱਚ ਵੀ ਮੈਂ ਗਲਤੀਆਂ ਕਰਦਾ। ਤੇ ਕਦੇ ਸਾਰਾ ਦਿਨ ਬੈਠ ਕੇ ਗਿਣਤੀ ਕਰ ਲਿਓ ਵੀ ਮੈਂ ਆਪਣੀਆਂ ਅੱਖਾਂ ਝਮਕੀਆਂ ਕਿੰਨੀਆਂ ਵਾਰ। ਅਸੀਂ ਅੱਖਾਂ ਕਿੰਨੀਆਂ ਝਮਕਦੇ ਹਾਂ, ਪਲਕਾਂ ਨੂੰ ਖੋਲ੍ਹਦੇ ਤੇ ਬੰਦ ਕਰਦੇ ਹਾਂ, ਗਿਣਤੀ ਕੋਈ ਨਹੀਂ ਹੈ। ਜਿਵੇਂ ਅੱਖਾਂ ਨੂੰ ਝਪਕਣ ਦੀ ਗਿਣਤੀ ਕੋਈ ਨਹੀਂ ਹੈ, ਔਗੁਣਾਂ ਦੀ ਵੀ ਕੋਈ ਗਿਣਤੀ। ਖਿਨ ਖਿਨ ਭੁੱਲਣਹਾਰ। ਇਹ ਤੇ ਬੇਨਤੀ ਇਹ ਕਰੇ ਵੀ ਬਖਸ਼ਣਹਾਰ ਬਖਸ਼ ਲੈ, ਬਖਸ਼ਣਹਾਰ ਪ੍ਰਮਾਤਮਾ ਬਖਸ਼ ਲੈ, ਮੈਨੂੰ ਪਾਰ ਕਰ ਦੇ। ਜੇ ਐਸੀ ਬੇਨਤੀ ਕਰੇਗਾ ਫਿਰ ਧੱਕਾ ਨਹੀਂ, ਫਿਰ ਤੈਨੂੰ ਕੋਈ ਧੱਕੇ ਨਹੀਂ ਮਾਰੇਗਾ, ਫਿਰ ਬਖਸ਼ਿਆ ਜਾਂਦਾ ਹੈ। ਸੱਚਾ ਅਮਰ ਚਲਾਈਓ ਨਾ ਕਰ ਸੱਚ ਫੁਰਮਾਨ। ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਪੌੜੀਆਂ ਜਿਹੜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਨੇ ਉਚਾਰੀਆਂ ਨੇ। ਸ਼ਲੋਕ ਆਪਾਂ ਗੁਰੂ ਨਾਨਕ ਸਾਹਿਬ ਦੇ ਸਰਵਨ ਕਰ ਰਹੇ ਹਾਂ। ਮਹਾਰਾਜ ਕਹਿਣ ਲੱਗੇ ਕਰ ਸੱਚ ਫੁਰਮਾਨ। ਉਹ ਜਿਹੜਾ ਸੱਚਾ ਪ੍ਰਮਾਤਮਾ ਹੈ ਨਾ, ਹੁਕਮ ਕਰਕੇ ਸੱਚਾ ਅੰਮ੍ਰਿਤ ਚਲਾਇਆ, ਉਹਨੂੰ ਸੱਚਾ ਰਾਜ ਉਸਨੇ ਚਲਾਇਆ ਹੈ। ਸੱਚਾ ਹੁਕਮ ਰੂਪੀ ਰਾਜ ਉਸਨੇ ਚਲਾਉਣਾ ਕੀਤਾ ਹੈ। ਸਦਾ ਨਿਹਚਲ ਰਵ ਰਿਹਾ ਸੋ ਪੁਰਖ ਸੁਜਾਨ। ਉਹ ਜਿਹੜਾ ਪ੍ਰਮਾਤਮਾ ਪੁਰਖ ਹੈ ਨਾ, ਸੁਜਾਨ ਦਾ ਅਰਥ ਗੁਰਮੁਖੋ ਅੰਤਰਜਾਮੀ ਹੈ। ਸੁਜਾਨ ਦੇ ਦੋ ਅਰਥ ਕੀਤੇ ਵਿਦਵਾਨਾਂ ਨੇ। ਜੇ ਤੇ ਸੁਜਾਨ ਸ਼ਬਦ ਕਿਸੇ ਬੰਦੇ ਨਾਲ ਆ ਜਾਵੇ, ਉਥੇ ਅਰਥ ਹੁੰਦਾ ਚਤੁਰ ਚਲਾਕ। ਬੰਦੇ ਨਾਲ ਸੁਜਾਨ ਸ਼ਬਦ ਆ ਗਿਆ ਤੇ ਉਹਦਾ ਅਰਥ ਲੱਗੇਗਾ ਚਲਾਕ ਚਤੁਰ। ਜੇ ਪ੍ਰਮਾਤਮਾ ਦੇ ਨਾਲ ਸੁਜਾਨ ਸ਼ਬਦ ਆ ਗਿਆ ਤੇ ਉੱਥੇ ਲੱਗੇਗਾ ਅੰਤਰਜਾਮੀ, ਮਨ ਦੀ ਜਾਣਨ ਵਾਲਾ।
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋਈ ਪੁਰਖ ਸੁਜਾਨ, ਉਹ ਪ੍ਰਮਾਤਮਾ ਅੰਤਰਜਾਮੀ ਹੈ, ਸਦਾ ਨਿਸ਼ਚਲ, ਸਦਾ ਰਹਿਣ ਵਾਲਾ, ਸਾਰਿਆਂ ਥਾਵਾਂ ਤੇ ਰਵਿਆ ਹੈ। ਗੁਰ ਪ੍ਰਸਾਦੀ ਸੇਵੀਐ ਸੱਚ ਸ਼ਬਦ ਨਿਸ਼ਾਨ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਸੱਚ ਕਹੀਏ ਬ੍ਰਹਮ ਨੂੰ ਨਿਸ਼ਾਨ ਕਹੀਏ ਪ੍ਰਗਟ ਕੀਤਾ ਹੈ, ਜਿਨ੍ਹਾਂ ਨੇ ਸੱਚੇ ਬ੍ਰਹਮ ਨੂੰ ਪ੍ਰਗਟ ਕੀਤਾ ਹੈ, ਮਹਾਰਾਜ ਕਹਿਣ ਲੱਗੇ ਉਹ ਜਿਹੜੇ ਗੁਰਮੁਖ ਹਨ ਉਹਨਾਂ ਨੂੰ ਸੇਵਨਾ ਕਰੋ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੀ ਸੇਵਾ ਕਰਨੀ ਕਰੋ। ਪੂਰਾ ਥਾਟ ਬਣਾਇਆ ਉਸ ਅਕਾਲ ਪੁਰਖ ਨੇ ਥਾਟ ਕੀਏ ਸੰਸਾਰ ਦੀ ਬਣਾਵਟ, ਇਹ ਸੰਸਾਰ ਦੀ ਬਣਾਵਟ ਨੂੰ ਉਸ ਪਰਮੇਸ਼ਰ ਨੇ ਬਣਾਇਆ ਹੈ। ਗੁਰਮਤਿ ਮਾਨ, ਇਸ ਕਰਕੇ ਗੁਰੂ ਦੀ ਮੱਤ ਲੈ ਕੇ ਬੰਦਿਆ, ਗੁਰੂ ਦੀ ਸਿੱਖਿਆ ਲੈ ਕੇ ਆਨੰਦ ਨੂੰ ਮੰਨਣਾ ਕਰ, ਆਨੰਦ ਨੂੰ ਲੈਣਾ ਕਰ। ਅਗੰਮ ਗੋਚਰ ਅਲਖ ਹੈ, ਉਹ ਪ੍ਰਮਾਤਮਾ ਮਨ ਕਰਕੇ ਪਰੇ ਹੈ, ਮਨ ਦੀ ਗਮਤਾ ਉਹਦੇ ਤੱਕ ਨਹੀਂ ਹੈ, ਮਨ ਦੀ ਪਹੁੰਚ। ਅਸੀਂ ਇੱਥੇ ਬੈਠੇ ਹਨ, ਸਾਡਾ ਕੋਈ ਧੀ ਪੁੱਤਰ, ਕੋਈ ਭੈਣ ਭਰਾ ਅਮਰੀਕਾ ਕੈਨੇਡਾ ਵਿੱਚ ਬੈਠਾ ਹੈ, ਜਾਂ ਉਹਨਾਂ ਅਮਰੀਕਾ ਕੈਨੇਡਾ ਵਾਲਿਆਂ ਦੇ ਰਿਸ਼ਤੇਦਾਰ ਇੱਥੇ ਬੈਠੇ ਨੇ, ਸਾਡੇ ਮਨ ਦਾ ਖਿਆਲ 1 ਸਕਿੰਟ ਵਿੱਚ ਉੱਥੇ ਪਹੁੰਚ ਜਾਏਗਾ, 1 ਸਕਿੰਟ ਵੀ ਨਹੀਂ ਲੱਗੇਗਾ। ਅਸੀਂ ਇੱਥੇ ਬੈਠੇ ਉਹਨਾਂ ਨੂੰ ਵੇਖ ਸਕਦੇ ਹਾਂ ਮਨ ਕਰਕੇ, ਉਹ ਉੱਥੇ ਬੈਠੇ ਸਾਨੂੰ ਵੇਖ ਸਕਦੇ। ਇੰਨੀ ਮਨ ਦੀ ਸਪੀਡ ਹੈ, ਮਨ ਇੰਨਾ ਦੌੜਦਾ, ਇੰਨਾ ਭੱਜਦਾ ਹੈ, ਇੰਨਾ ਭੱਜਣ ਵਾਲਾ ਮਨ ਪਰਮਾਤਮਾ ਤੱਕ ਫਿਰ ਵੀ ਨਹੀਂ ਪਹੁੰਚ ਸਕਿਆ ਹੈ। ਭੱਜਦਾ ਤੇ ਬਹੁਤ ਹੈ, ਰਫ਼ਤਾਰ ਤੇ ਬੜੀ ਤੇਜ਼ ਹੈ, ਇੰਨੀ ਤੇਜ਼ ਰਫ਼ਤਾਰ ਵਾਲਾ ਪ੍ਰਮਾਤਮਾ ਤੱਕ ਮਨ ਨਹੀਂ ਪਹੁੰਚਿਆ, ਫਿਰ ਵੀ ਨਹੀਂ ਪਹੁੰਚਿਆ, ਤਾਂ ਪ੍ਰਮਾਤਮਾ ਨੂੰ ਅਗਮ ਕਿਹਾ ਹੈ, ਮਨ ਦੀ ਗਮਤਾ ਤੋਂ ਪਰੇ। ਉਹ ਪ੍ਰਮਾਤਮਾ ਅਗਮ ਹੈ, ਅਗੋਚਰ। ਜਿਹੜੀਆਂ ਸਾਡੇ ਸਰੀਰ ਦੀਆਂ ਇੰਦਰੀਆਂ ਨੇ, ਇਹਨਾਂ ਦੀ ਪਕੜ ਵਿੱਚ ਨਹੀਂ ਆਉਂਦਾ ਹੈ, ਰੱਬ ਨੂੰ ਫੜਿਆ ਨਹੀਂ ਜਾ ਸਕਦਾ ਹੈ। ਮਹਾਰਾਜ ਕਹਿਣ ਲੱਗੇ ਅਗਮ ਅਗੋਚਰ ਅਲਖ ਹੈ, ਫਿਰ ਉਹ ਲਖਣੇ ਤੋਂ ਰਹਿਤ ਹੈ, ਗੁਰਮਤਿ ਹਰ ਜਾਣ, ਪਰ ਗੁਰਮਤੀਆਂ ਨੇ ਉਸ ਨੂੰ ਜਾਣਿਆ ਹੈ। ਸ਼ਲੋਕ ਮਹਲਾ ਪਹਿਲਾ, ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਬਦਰਾ ਮਾਲਕ, 100 ਰੁਪਈਆ ਕਿਸੇ ਕੱਪੜੇ ਵਿੱਚ ਪਾ ਲਈਏ ਨਾ ਤਾਂ ਉਸ ਨੂੰ ਕਿਹਾ ਜਾਂਦਾ ਹੈ ਥੈਲੀ। 1000 ਰੁਪਈਆ ਪਾ ਲਈਏ ਕੱਪੜੇ ਦਾ ਇੱਕ ਝੋਲਾ ਜਿਹਾ ਬਣਾ ਕੇ ਤਾਂ ਉਹਨੂੰ ਕਹਿ ਦਿੰਦੇ ਥੈਲੀ। 1000 ਰੁਪਈਆ ਪਾਇਆ, 1000 ਦੀ ਥੈਲੀ ਹੈ, ਇਹ 100 ਦੀ ਥੈਲੀ ਹੈ। ਪਰ ਜਿਸ ਦੇ ਵਿੱਚ 10,000 ਰੁਪਈਆ ਪਾਇਆ ਜਾਵੇ ਉਹਨੂੰ ਬਦਰਾ ਆਖਿਆ ਜਾਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਇਹ ਬਾਣੀ ਲਿਖਦੇ ਪਏ ਨਾ, ਉਚਾਰਦੇ ਪਏ, 100 ਜਾਂ 1000 ਰੁਪਈਆ ਪਾਇਆ ਉਸ ਨੂੰ ਥੈਲੀ ਕਵਾਂਗੇ, ਜਿਹਦੇ ਵਿੱਚ 10,000 ਪਾ ਦਿੱਤਾ ਉਹਨੂੰ ਬਦਰਾ ਆਖਿਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਾਨਕ ਬਦਰਾ ਮਾਲਕਾ, 10,000 ਰੁਪਈਏ ਦਾ ਬਦਰਾ, 10,000 ਰੁਪਈਏ ਦਾ ਮਾਲ, ਨਾਨਕ ਬਦਰਾ ਮਾਲਕਾ, ਇਸ ਤਰ੍ਹਾਂ ਦਾ ਬਦਰਾ ਜਿਹਦੇ ਵਿੱਚ 10,000 ਰੁਪਈਆ ਪਾਇਆ ਹੈ, ਇੰਨਾ ਮਾਲ ਧਨ। ਮਹਾਰਾਜ ਕਹਿਣ ਲੱਗੇ ਧਰਿਆ ਆਣ, ਕਿਸੇ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਲਿਆ ਕੇ ਰੱਖ ਦਿੱਤਾ। ਕੋਈ ਬਾਦਸ਼ਾਹ ਨਾ ਉਸ ਵੇਲੇ, ਉਹਦੀ ਕਚਹਿਰੀ ਦੇ ਵਿੱਚ ਉਹਦੇ ਸਾਹਮਣੇ 10,000 ਰੁਪਈਏ ਦਾ ਬਦਰਾ, ਜਾਂ ਆਪਾਂ ਸਿੱਧਾ ਜਿਹਾ ਸਮਝ ਲਈਏ ਵੀ 10,000 ਦਾ ਥੈਲਾ ਜਿਹਦੇ ਵਿੱਚ 10,000 ਰੁਪਈਆ ਹੋਵੇ, ਉਹ ਰਾਜੇ ਦੀ ਕਚਹਿਰੀ ਵਿੱਚ ਲਿਆ ਕੇ ਰੱਖਿਆ ਹੈ। ਛੋਟੇ ਖਰੇ ਪਰਖੀਆਂ ਸਾਹਿਬ ਕੈ ਦੀਵਾਨ। ਮਹਾਰਾਜ ਕਹਿਣ ਲੱਗੇ ਉਸ ਰਾਜੇ ਦੀ ਕਚਹਿਰੀ ਦੇ ਵਿੱਚ ਉੱਥੇ ਖੋਟੇ ਸਿੱਕੇ ਤੇ ਖਰੇ ਸਿੱਕੇ ਪਰਖੇ ਜਾਣਗੇ। ਜਦੋਂ ਮਾਇਆ ਗਿਣ ਲੱਗ ਪੈਣਗੇ ਨਾ ਉਹਦੇ ਮੁਨਸ਼ੀ, ਰਾਜਾ ਕਹੇਗਾ ਵੀ ਆਹ ਭਾਈ 10,000 ਰੁਪਈਆ ਆਇਆ ਗਿਣੋ, ਮੁਨਸ਼ੀ ਲੱਗ ਪੈਣਗੇ ਗਿਣਨ ਵਾਲੇ, ਉਹ ਫਿਰ ਗਿਣ ਕੇ ਜਿਹੜੇ ਖੋਟੇ ਸਿੱਕੇ ਪਰੇ ਕਰ ਦੇਣਗੇ ਵੀ ਆਹ ਖੋਟੇ, ਆਹ ਨਹੀਂ ਚੱਲਣੇ, ਆਹ ਖਰੇ ਨੇ, ਆਹ ਠੀਕ ਨੇ। ਰਾਜੇ ਦੀ ਕਚਹਿਰੀ ਦੇ ਵਿੱਚ ਮਾਇਆ ਦੀ ਗਿਣਤੀ ਕਰਾਉਣ ਵੇਲੇ ਅਸਲੀ ਤੇ ਨਕਲੀ ਦਾ ਪਤਾ ਲੱਗਦਾ। ਅੱਜ ਵੀ ਆਪਾਂ ਬੈਂਕ ਵਿੱਚ ਜਾਈਏ, ਨਕਲੀ ਨੋਟ ਹੋਵੇ ਤੇ ਉਹ ਝੱਟ ਹੀ ਹੱਥ 'ਚ ਫੜਾ ਦਿੰਦੇ ਵੀ ਆਹ ਲੈ ਜਾ, ਨਕਲੀ ਹੈ, ਅਸਲੀ ਨੂੰ ਰੱਖਿਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਬਿਲਕੁਲ ਨਕਲੀ ਤੇ ਅਸਲੀ ਦੀ ਪਰਖ ਰਾਜੇ ਦੇ ਦਰਬਾਰ ਵਿੱਚ ਹੁੰਦੀ ਹੈ, ਸਰਕਾਰੀ ਜਗ੍ਹਾ ਤੇ ਹੁੰਦੀ ਹੈ। ਇਹ ਇੱਕ ਦੁਨੀਆ ਦੀ ਉਦਾਹਰਣ ਹੈ। ਫਿਰ ਮਹਾਰਾਜ ਫਰਮਾਉਂਦੇ ਹਨ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਜੀਵ ਨੇ ਨਾ, ਇਹਨਾਂ ਦਾ ਪਾਪਾਂ ਤੇ ਪੁੰਨਾਂ ਰੂਪੀ ਜਿਹੜਾ ਬਦਰਾ ਹੈ,
ਪਾਪਾਂ ਤੇ ਪੁੰਨਾਂ ਦਾ ਸਮੁਦਾ, ਇੰਨੇ ਪਾਪ ਕੀਤੇ, ਇੰਨੇ ਪੁੰਨ ਕੀਤੇ, ਭੀਤਰ ਧਰਿਆ ਆਨ। ਜਿਹੜਾ ਧਰਮ ਰਾਜਾ ਹੈ ਨਾ, ਉਹਦੀ ਕਚਹਿਰੀ ਵਿੱਚ ਲਿਆ ਕੇ ਰੱਖ ਦਿੱਤਾ ਰਜਿਸਟਰ, ਜਿਹਨੂੰ ਆਪਾਂ ਕਹਿੰਦੇ ਆ ਵਹੀ ਖਾਤਾ। ਵਹੀ ਖਾਤਾ ਲਿਆ ਕੇ ਧਰਮਰਾਜ ਦੀ ਕਚਹਿਰੀ ਵਿੱਚ ਰੱਖਿਆ। ਐਸ ਜੀਵ ਦੇ ਇੰਨੇ ਪਾਪ ਨੇ, ਐਸ ਜੀਵ ਦੇ ਇੰਨੇ ਪੁੰਨ ਨੇ। ਜਿਸ ਵੇਲੇ ਧਰਮਰਾਜ ਦੀ ਕਚਹਿਰੀ ਵਿੱਚ ਉਹ ਜੀਵ ਦਾ ਪਾਪਾ ਪੁੰਨਾ ਰੂਪੀ ਬਦਲਾ ਲਿਆ ਕੇ ਰੱਖਿਆ ਜਾਂਦਾ ਹੈ, ਖਰੇ ਪਰਖੀਆਂ ਉਸ ਵੇਲੇ ਧਰਮਰਾਜ ਦੀ ਕਚਹਿਰੀ ਵਿੱਚ ਖੋਟੇ ਬੰਦੇ ਤੇ ਖਰੇ ਬੰਦੇ ਪਰਖੇ ਜਾਣਗੇ। ਇਸ ਬੰਦੇ ਨੇ ਇੰਨੇ ਪਾਪ ਕੀਤੇ, ਇਸ ਬੰਦੇ ਨੇ ਇੰਨੇ ਪੁੰਨ ਕੀਤੇ, ਉੱਥੇ ਪਰਖੇ ਜਾਂਦੇ ਨੇ, ਉੱਥੇ ਗੁਨਾਹਾਂ ਦੀ ਗਿਣਤੀ ਹੁੰਦੀ ਹੈ। ਸਾਹਿਬ ਕੈ ਦੀਵਾਨ, ਮਹਾਰਾਜ ਕਹਿਣ ਲੱਗੇ ਵੀ ਉਹ ਜਿਹੜਾ ਸਾਹਿਬ ਹੈ ਨਾ ਧਰਮ ਰਾਜਾ, ਉਹਦੀ ਕਚਹਿਰੀ ਦੇ ਵਿੱਚ ਗੁਰਮੁਖੋ ਇਹ ਜਿਹੜੇ ਪਾਪ ਤੇ ਪੁੰਨ ਹਨ ਉਸ ਵੇਲੇ ਕਹਿਣ ਲੱਗੇ ਪਰਖੇ ਜਾਂਦੇ ਨੇ, ਪਾਪਾਂ ਤੇ ਪੁੰਨਾਂ ਦੀ ਵਿਚਾਰ ਹੁੰਦੀ ਹੈ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸਮਝਾਉਣ ਵਾਸਤੇ ਇਹ ਜਿਹੜਾ ਬਚਨ ਹੈ ਉਹ ਸਾਡੇ ਝੋਲੀ ਵਿੱਚ ਪਾਉਂਦੇ, ਕਹਿਣ ਲੱਗੇ ਭਾਈ ਇਸ ਤਰੀਕੇ ਦੇ ਨਾਲ ਉਸ ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਤੇਰਾ ਲੇਖਾ ਜੋਖਾ ਹੋਣਾ ਹੈ। ਪਹਿਲਾ ਨਾਵਨ ਚੱਲੈ ਤੀਰਥੀ, ਮਨ ਖੋਟਾ ਤਨ ਚੋਰ। ਉਹਦੇ ਦਰਬਾਰ ਦੇ ਵਿੱਚ ਪਾਪੀ ਤੇ ਪੁੰਨੀ ਜਿਹੜੇ ਪਰਖੇ ਜਾਣਗੇ। ਪੁੰਨੀਆਂ ਦੀ ਵੱਖਰੀ ਸਜ਼ਾ, ਪਾਪੀਆਂ ਦੀ ਵੱਖਰੀ ਸਜ਼ਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਨਾਵਨ ਚੱਲੇ ਤੀਰਥੀ, ਮਨ ਖੋਟਾ ਤਨ ਚੋਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨ ਦੇ ਖੋਟੇ ਤੇ ਤਨ ਦੇ ਚੋਰ। ਤਨ ਕਰਕੇ ਚੋਰੀ ਕਰਾਂਗੇ, ਮਨ ਕਰਕੇ ਖੋਟ ਕਮਾਵਾਂਗੇ। ਇਸ ਤਰ੍ਹਾਂ ਦਾ ਵਿਚਾਰ ਲੈ ਕੇ ਲੋਕ ਤੀਰਥਾਂ ਤੇ ਚੱਲ ਪਏ। ਆਪਾਂ ਤੀਰਥ ਤੇ ਕਿਸ ਵਾਸਤੇ ਜਾਈਦਾ? ਜਾਈਦਾ ਤਾਂ ਵੀ ਪਹਿਲੇ ਕੀਤੇ ਪਾਪ ਮਾਫ ਹੋ ਜਾਣ, ਮੈਂ ਤੋਬਾ ਕਰਕੇ ਆਵਾਂ, ਮੈਂ ਮਾਫੀ ਮੰਗ ਕੇ ਆਵਾਂ, ਮੈਂ ਬਾਣੀ ਪੜ੍ਹਦਾ, ਮੈਂ ਮੰਤਰ ਪੜ੍ਹਦਾ ਜਾਵਾਂ, ਬਾਣੀ ਪੜ੍ਹਦਾ ਆਵਾਂ, ਮੇਰਾ ਭਲਾ ਹੋਵੇ। ਪਰ ਮਹਾਰਾਜ ਕਹਿਣ ਲੱਗੇ ਇਹ ਤੇ ਉਹਨਾਂ ਲੋਕਾਂ ਦੀ ਗੱਲ ਹੈ ਨਾ ਜਿਹਨਾਂ ਨੂੰ ਸਤਿਪੁਰਸ਼ ਕਿਹਾ ਜਾਂਦਾ ਹੈ, ਪਰ ਇੱਥੇ ਗੱਲ ਆ ਗਈ ਹੈ ਖੋਟੇ ਪੁਰਸ਼ਾਂ ਦੀ। ਮਨ ਖੋਟੇ ਤਨ ਚੋਰ, ਜਿਨ੍ਹਾਂ ਦਾ ਮਨ ਖੋਟਾ ਹੈ। ਘਰੋਂ ਚੱਲਣ ਲੱਗਿਆਂ ਹੀ ਸਲਾਹ ਇਹ ਬਣਾਈ ਹੈ ਵੀ ਉੱਥੇ ਜਾ ਕੇ ਕੋਈ ਨਾ ਕੋਈ ਮਾੜੀ ਸ਼ਰਾਰਤ ਆਪਾਂ ਜ਼ਰੂਰ ਕਰਨੀ ਹੈ। ਘਰੋਂ ਤੁਰਨ ਲੱਗਿਆਂ ਹੀ ਸੋਚ ਲਿਆ ਵੀ ਉੱਥੋਂ ਕਿਸੇ ਦੀ ਜੁੱਤੀ ਚੁੱਕ ਕੇ ਲਿਆਉਣੀ ਹੈ, ਕਿਸੇ ਦਾ ਗਹਿਣਾ ਲਾਹ ਕੇ ਲਿਆਉਣਾ ਹੈ, ਕਿਸੇ ਦਾ ਪਰਸ ਕੱਢ ਕੇ ਲਿਆਉਣਾ ਹੈ। ਘਰੋਂ ਚੱਲਿਆ ਨਹੀਂ, ਤੀਰਥ ਯਾਤਰਾ ਤੇ ਚੱਲਣ ਤੋਂ ਪਹਿਲਾਂ ਵਿਚਾਰ ਇਹ ਆ ਗਿਆ ਵੀ ਮੈਂ ਚੋਰੀ ਕਰਨ ਚੱਲਿਆ ਹਾਂ। ਮੈਂ ਕਿਸੇ ਦੀ ਜੁੱਤੀ, ਕਿਸੇ ਦਾ ਪਰਸ, ਕਿਸੇ ਦਾ ਗਹਿਣਾ, ਕਿਸੇ ਦਾ ਬੱਚਾ ਚੁੱਕ ਕੇ ਲਿਆਵਾਂਗਾ, ਜਾਂ ਮੈਂ ਉੱਥੇ ਮਨ ਕਰਕੇ ਕੋਈ ਮਾੜਾ ਕੰਮ ਕਰਾਂਗਾ, ਮਨ ਦੀ ਖੋਟ ਕਮਾਵਾਂਗਾ। ਕਹਿਣ ਲੱਗੇ ਮਨ ਖੋਟੇ ਤਨ ਚੋਰ, ਮਨ ਦੇ ਖੋਟੇ ਤਨ ਦੇ ਚੋਰ ਜਿਹੜੇ ਵਿਅਕਤੀ ਹਨ, ਨਹਾਵਨ ਚੱਲੇ ਤੀਰਥੀ, ਐਸੇ ਤੀਰਥੀ ਬਣ ਕੇ ਤੀਰਥ ਯਾਤਰਾ ਤੇ ਨਹਾਉਣ ਵਾਸਤੇ ਚੱਲ ਪਏ ਹਨ। ਇੱਕ ਭਾਉ ਲੱਥੀ ਨਾਤਿਆ, ਦੋਏ ਭਾ ਚੜੀਏ ਸਹੋਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਪ ਦਾ ਭਾਉ ਕਹੀਏ ਹਿੱਸਾ, ਇੱਕ ਪਾਪ ਦਾ ਹਿੱਸਾ ਤੇ ਲੈ ਗਿਆ ਕਿਉਂਕਿ ਤੀਰਥ ਤੇ ਇਸ਼ਨਾਨ ਕੀਤਾ, ਪਰ ਉੱਥੇ ਜਾ ਕੇ ਵਕਾਰ ਭੋਗੇ, ਉੱਥੇ ਜਾ ਕੇ ਨਸ਼ੇ ਕੀਤੇ, ਉੱਥੇ ਜਾ ਕੇ ਕਿਲਕਾਰੀਆਂ ਮਾਰੀਆਂ, ਉੱਥੇ ਜਾ ਕੇ ਛੇੜਖਾਨੀਆਂ ਕੀਤੀਆਂ, ਉੱਥੇ ਜਾ ਕੇ ਚੋਰੀਆਂ ਕੀਤੀਆਂ ਤੀਰਥ ਯਾਤਰਾ ਕਰਕੇ। ਇੱਕ ਪਾਪ ਤੇ ਲੱਥਾ, ਇੱਕ ਪਾਪ ਦਾ ਹਿੱਸਾ ਲੈ ਗਿਆ ਜਿਹੜਾ ਪਹਿਲਾਂ ਕਿਤੇ ਕੀਤਾ। ਦੋਏ ਭਾ ਚੜੀਏ ਸਹੋਰ, ਸਗੋਂ ਦੋ ਹਿੱਸੇ ਪਾਪਾਂ ਦੇ ਹੋਰ ਚੜ ਗਏ। ਗਿਆ ਤੇ ਲਾਉਣ ਵਾਸਤੇ, ਅੱਗੋਂ ਚੜਾ ਕੇ ਆ ਗਿਆ ਵਾਪਸ, ਕਿਉਂਕਿ ਉੱਥੇ ਜਾ ਕੇ ਕੰਮ ਹੀ ਚੰਗਾ ਕੋਈ ਨਹੀਂ ਕੀਤਾ ਹੈ। ਮਾੜੀ ਨਜ਼ਰ ਦੇ ਨਾਲ ਲੋਕਾਂ ਨੂੰ ਵੇਖਦਾ ਰਿਹਾ, ਮਾੜੀਆਂ ਗੱਲਾਂ ਕਰਦਾ ਰਿਹਾ, ਮਾੜੀਆਂ ਸ਼ਰਾਰਤਾਂ ਕਰਦਾ ਰਿਹਾ, ਨਸ਼ਿਆਂ ਦੇ ਸੂਟੇ ਲਾਉਂਦਾ ਰਿਹਾ, ਜੁੱਤੀਆਂ ਚੱਪਲਾਂ ਚੁੱਕਦਾ ਰਿਹਾ, ਮਾੜੀਆਂ ਗੱਲਾਂ ਵਕਾਰੀ ਕਰਦਾ ਰਿਹਾ। ਤੀਰਥ ਯਾਤਰਾ ਤੇ ਗਿਆ ਸੀ ਪਾਪ ਲਾਉਣ ਵਾਸਤੇ, ਪਰ ਉੱਥੋਂ ਪਾਪ ਲੱਦ ਕੇ ਲੈ ਕੇ ਆਇਆ। ਇੱਕ ਹਿੱਸਾ ਲੱਥਾ, ਦੋ ਹਿੱਸੇ ਨਾਲ ਲੈ ਕੇ ਆਇਆ। ਇਸ ਤਰ੍ਹਾਂ ਦਾ ਇਹਦਾ ਕਰਮ ਹੈ। ਬਾਹਰ ਧੋਤੀ ਤੂੰ ਮੁੜੀ, ਅੰਦਰ ਵਿਸ ਨਿਕੋਰ। ਸਤਿਗੁਰੂ ਕਹਿਣ ਲੱਗੇ ਤੁੰਬੜੀ ਤੋਂ ਭਾਵ ਹੁੰਦਾ ਤੁੰਬੀ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕੌੜ ਤੁੰਮਾ। ਕਹਿਣ ਲੱਗੇ ਕੌੜ ਤੁੰਮੇ ਨੂੰ ਜਿੰਨਾ ਮਰਜ਼ੀ ਬਾਹਰੋਂ ਧੋ ਲਓ ਪਾਣੀ ਪਾ ਪਾ ਕੇ, ਅੰਦਰ ਵਿਸ ਨਕੋਰ, ਅੰਦਰ ਉਹਦੇ ਕੁੜੱਤਣ ਹੀ ਹੈ। ਭਗਤ ਕਬੀਰ ਸਾਹਿਬ ਜੀਆਂ ਦੇ ਕੋਲ ਸਾਧੂ ਆ ਗਏ, ਕਿਉਂਕਿ ਸਾਧੂਆਂ ਦਾ ਆਉਣਾ ਜਾਣਾ ਕਬੀਰ ਸਾਹਿਬ ਕੋਲ ਲੱਗਾ ਰਹਿੰਦਾ। ਕਹਿਣ ਲੱਗੇ ਆਓ ਕਬੀਰ ਸਾਹਿਬ ਜੀ, ਅਸੀਂ 68 ਤੀਰਥਾਂ ਦੀ ਯਾਤਰਾ ਚੱਲੇ ਹਾਂ, ਤੁਹਾਨੂੰ ਨਾਲ ਲੈ ਚੱਲੀਏ, ਤੁਸੀਂ ਵੀ ਇਸ਼ਨਾਨ ਪਾਨ ਕਰ ਆਓ।
ਕਬੀਰ ਸਾਹਿਬ ਜੀ ਨੇ ਸਿੱਧਾ ਤੇ ਉਪਦੇਸ਼ ਦਿੱਤਾ ਜਾਣ ਕੇ ਵੀ ਜੇ ਸਿੱਧਾ ਬਚਨ ਕੀਤਾ ਤੇ ਇਹਨਾਂ ਨੇ ਸਮਝਣਾ ਨਹੀਂ ਹੈ। ਕਹਿਣ ਲੱਗੇ ਭਾਈ ਸਾਡੇ ਕੋਲ ਸਮਾਂ ਨਹੀਂ, ਪਰ ਮੇਰੇ ਕੋਲ ਇੱਕ ਕੌੜਤੁਮਾ ਘਰੇ ਪਿਆ, ਤੁਸੀਂ ਇਹਦਾ ਇਸ਼ਨਾਨ ਕਰਾ ਕੇ ਲੈ ਆਓ। ਉਹ ਕਹਿਣ ਲੱਗੇ ਕਬੀਰ ਸਾਹਿਬ ਜੀ ਸਤ ਬਚਨ ਇੱਕ ਵਾਰੀ ਕੀ, ਅਸੀਂ ਤੇ 10-10 ਵਾਰੀ ਇਸ਼ਨਾਨ ਕਰਾਵਾਂਗੇ, ਟੁੱਬੀਆਂ ਲਵਾਵਾਂਗੇ ਤੁਹਾਡੇ ਕੌੜਤੁਮੇ ਦੀਆਂ। ਕਬੀਰ ਸਾਹਿਬ ਨੇ ਉਹ ਕੌੜਤੁਮਾ ਦੇ ਦਿੱਤਾ। ਚਲੇ ਗਿਆ ਤੀਰਥ ਯਾਤਰਾ ਕਰਨ ਵਾਸਤੇ। ਜਦੋਂ ਇਸ਼ਨਾਨ ਕਰਦੇ ਨਾ ਗੰਗਾ ਵਿੱਚ, ਗੋਦਾਵਰੀ ਦੇ ਵਿੱਚ ਜਾ ਕੇ, ਯਮੁਨਾ ਦੇ ਵਿੱਚ, ਜਿੱਥੇ ਜਿੱਥੇ ਵੀ ਉਹ ਇਸ਼ਨਾਨ ਕਰਨ ਗਏ, ਤਲਾਬਾਂ ਦੇ ਵਿੱਚ, ਸਰੋਵਰਾਂ ਦੇ ਵਿੱਚ, ਨਾਲੇ ਆਪ ਇਸ਼ਨਾਨ ਕਰਦੇ, ਨਾਲੇ ਉਸ ਕੌੜਤੁਮੇ ਦਾ ਇਸ਼ਨਾਨ ਕਰਾਉਂਦੇ। 68 ਤੀਰਥਾਂ ਦੀ ਯਾਤਰਾ ਕਰਕੇ ਵਾਪਸ ਮੁੜਿਆ ਹੈ। ਜਦੋਂ ਵਾਪਸ ਆਏ ਕਹਿਣ ਲੱਗੇ ਕਬੀਰ ਸਾਹਿਬ ਨੂੰ ਆ ਕੌੜਤੁਮਾ ਦੇ ਚੱਲੀਏ, ਨਾਲੇ ਦੱਸ ਚੱਲੀਏ ਵੀ ਯਾਤਰਾ ਬੜੀ ਚੰਗੀ ਹੋਈ ਕਰ ਆਏ। ਕਬੀਰ ਸਾਹਿਬ ਜੀ ਨੂੰ ਦੱਸਿਆ। ਕਹਿਣ ਲੱਗੇ ਬੈਠ ਦਿਓ ਭਾਈ, ਪ੍ਰਸ਼ਾਦਾ ਛਕ ਕੇ ਜਾਇਓ। ਬੈਠ ਗਏ। ਸਾਰਿਆਂ ਦੀ ਥਾਲੀ ਵਿੱਚ ਪ੍ਰਸ਼ਾਦਾ ਪਾਇਆ, ਸਾਰਿਆਂ ਨੇ ਛਕ ਲਿਆ। ਕਹਿਣ ਲੱਗੇ ਬੜਾ ਸਵਾਦ, ਬੜਾ ਮਿੱਠਾ। ਉਹ ਜਿਹੜਾ ਕੌੜਤੁਮਾ ਲਿਆਂਦਾ ਸੀ ਨਾ, ਧੋ ਕੇ ਨਵਾ ਕੇ ਲਾਂਗਰੀ ਨੂੰ ਕਹਿਣ ਲੱਗੇ ਇੱਕ ਨਿੱਕਾ ਨਿੱਕਾ ਟੁਕੜਾ ਕੱਟ ਕੇ ਇਹਦਾ ਵੀ ਥਾਲੀਆਂ 'ਚ ਰੱਖ ਦੇ। ਨਿੱਕਾ ਨਿੱਕਾ ਟੁਕੜਾ ਰੱਖ ਦਿੱਤਾ ਕੱਟ ਕੇ। ਜਦੋਂ ਉਹ ਮੂੰਹ ਵਿੱਚ ਪਾਇਆ, ਬੜਾ ਕੌੜਾ ਹੈ, ਥੂ ਥੂ ਕਰਨ ਲੱਗ ਪਿਆ। ਬੜੇ ਗੁੱਸੇ ਵਿੱਚ ਆ ਗਿਆ। ਕਹਿਣ ਲੱਗੇ ਕਿਹੋ ਜਿਹਾ ਮਜ਼ਾਕ ਕੀਤਾ ਹੈ, ਐਡਾ ਕੌੜਾ ਸਾਨੂੰ ਪਦਾਰਥ ਖਵਾ ਦਿੱਤਾ, ਮੂੰਹ ਦਾ ਹੀ ਸਵਾਦ ਬਦਲ ਗਿਆ। ਕਬੀਰ ਸਾਹਿਬ ਜੀ ਕਹਿਣ ਲੱਗੇ ਮੈਂ ਤੇ ਸੋਚਿਆ ਵੀ 68 ਤੀਰਥਾਂ ਦੀ ਯਾਤਰਾ ਕਰ ਆਇਆ, ਇਸ਼ਨਾਨ ਕਰ ਆਇਆ, ਇਹਦੀ ਕੁੜੱਤਣ ਖਤਮ ਹੋ ਗਈ ਹੋਵੇਗੀ, ਇਹ ਤੇ ਮਿੱਠਾ ਹੋ ਗਿਆ ਹੋਵੇਗਾ, ਮੈਂ ਤੇ ਤਾਂ ਦਿੱਤਾ। ਮੈਨੂੰ ਕੀ ਪਤਾ ਵੀ ਅੰਦਰੋਂ ਕੌੜੇ ਦਾ ਕੌੜਾ ਹੀ ਹੈ, ਇਹ ਤੇ ਬਾਹਰੋਂ ਹੀ ਨਹਾਉਂਦਾ ਪਿਆ ਹੈ, ਅੰਦਰ ਇਹਦੀ ਕੁੜੱਤਣ ਉਸੇ ਤਰ੍ਹਾਂ ਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ, ਬਾਹਰ ਧੋਤੀ ਤੁੰਬੜੀ, ਕੌੜਤੁਮੇ ਨੂੰ ਬਾਹਰੋਂ ਜਿੰਨਾ ਮਰਜ਼ੀ ਇਸ਼ਨਾਨ ਕਰਾ ਦਿਓ, ਅੰਦਰ ਵਿਸ ਨਕੋਰ, ਅੰਦਰ ਉਹਦੇ ਜ਼ਹਿਰ ਹੀ ਜ਼ਹਿਰ ਹੈ, ਅੰਦਰ ਉਹਦੇ ਕੁੜੱਤਣ ਹੀ ਕੁੜੱਤਣ ਹੈ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਖੋਟੇ ਪੁਰਸ਼ਾਂ ਦਾ ਤੀਰਥਾਂ ਦੇ ਉੱਪਰ ਜਿੰਨਾ ਮਰਜ਼ੀ ਇਸ਼ਨਾਨ ਕਰ ਦਿਓ, ਜਿਹਦੇ ਮਨ ਦੇ ਵਿੱਚ ਖੋਟ ਹੈ ਨਾ, ਪਾਪ ਹੈ, ਤੀਰਥਾਂ 'ਤੇ ਜਾ ਕੇ ਨੱਕ ਫੜ ਕੇ ਉਹ ਜਿੰਨੀਆਂ ਮਰਜ਼ੀ ਟੁੱਬੀਆਂ ਲਾਈ ਜਾਵੇ, ਆਹ ਟੁੱਬੀ ਮੇਰੀ ਮਾਤਾ ਦੀ, ਆਹ ਟੁੱਬੀ ਮੇਰੇ ਪਿਤਾ ਦੀ, ਆਹ ਮੇਰੇ ਭਰਾ ਦੀ, ਆਹ ਫਲਾਣੇ ਦੀ, ਜਿੰਨੀਆਂ ਮਰਜ਼ੀ ਟੁੱਬੀਆਂ ਪਾਣੀ ਵਿੱਚ ਬੈਠ ਕੇ ਲਾਈ ਚੱਲ। ਜੇ ਤੇਰਾ ਮਨ ਖੋਟਾ ਹੈ, ਮਹਾਰਾਜ ਕਹਿਣ ਲੱਗੇ ਪਾਪਾਂ ਰੂਪੀ ਮੈਲ, ਪਾਪਾਂ ਰੂਪੀ ਕੁੜੱਤਣ ਤੇਰੇ ਹਿਰਦੇ ਵਿੱਚੋਂ ਨਹੀਂ ਜਾਏਗੀ, ਇਹ ਵਿਸ਼ ਜਾਂਦੀ ਨਹੀਂ ਹੈ। ਮਨ ਖੋਟਾ ਹੈ, ਜਿੰਨਾ ਮਰਜ਼ੀ ਨਹਾਲਾ, ਇਹ ਕੁੜੱਤਣ ਨਹੀਂ ਜਾਣੀ ਅੰਦਰੋਂ, ਵਿਸ਼ਿਆਂ ਦੀ, ਵਿਕਾਰਾਂ ਦੀ ਕੁੜੱਤਣ ਨਹੀਂ ਜਾਂਦੀ ਹੈ। ਕਾਇਆ ਮਾਂਜ ਸਕੌਣ ਗੁਣਾ ਜੋ ਘਟ ਭੀਤਰ ਹੈ ਮਲਣਾ। ਜੇ ਤੇਰੇ ਅੰਦਰ ਮੈਲ ਹੈ, ਬਾਹਰੋਂ ਜਿੰਨਾ ਮਰਜ਼ੀ ਮਲੀ ਜਾ, ਤਨ ਨੂੰ ਮਲਿਆ ਮਨ ਨਹੀਂ ਧੋਤਾ ਜਾਣਾ। ਤਨ ਧੋਤੇ ਮਨ ਹੱਛਾ ਨਾ ਹੋਏ, ਤਨ ਨੂੰ ਧੋਤਿਆ ਮਨ ਸਾਫ਼ ਨਹੀਂ ਹੁੰਦਾ ਹੈ। ਸਾਧ ਭਲੇ ਅਣਨਾਤਿਆਂ, ਪਰ ਜਿਹੜੇ ਸਾਧੂ ਨੇ ਨਾ ਗੁਰਮੁਖ, ਉਹ ਨਹਾਉਣ ਤੋਂ ਭਲੇ, ਨਹਾਉਣ ਤੋਂ ਬਿਨਾਂ ਹੀ ਭਲੇ ਚੰਗੇ ਹਨ। ਚੋਰ ਸੇ ਚੋਰਾ ਚੋਰ, ਪਰ ਗੁਰਮੁਖੋ ਜਿਹੜੇ ਚੋਰ ਨੇ ਨਾ, ਚੋਰੀਆਂ ਕਰਨ ਵਾਲੇ, ਉਹ ਚੋਰ ਹੀ ਰਹਿਣਗੇ। ਚੋਰ ਨੇ ਚੋਰ ਹੀ ਰਹਿਣਾ ਹੈ, ਸਾਧੂ ਨੇ ਸਾਧੂ ਹੀ ਰਹਿਣਾ ਹੈ। ਸਾਧੂ ਜਿਹੜਾ ਹੈ ਉਹ ਭਾਵੇਂ ਇਸ਼ਨਾਨ ਜਾ ਕੇ ਤੀਰਥ ਯਾਤਰਾ ਤੇ ਕਰੇ ਤੇ ਭਾਵੇਂ ਨਾ ਕਰੇ, ਸਾਧੂ ਦਾ ਸਾਧੂ ਬਣਿਆ ਹੀ ਰਹਿਣਾ ਹੈ। ਤੇ ਚੋਰ ਪੁਰ ਜਿਹੜਾ ਚੋਰੀ ਕਰਨ ਵਾਲਾ, ਕਹਿਣ ਲੱਗੇ ਉਸਨੇ ਚੋਰੀ ਕਰਨ ਵਾਲੇ ਰਹਿਣਾ ਹੈ। ਆਪੇ ਹੁਕਮ ਚਲਾਏਂਦਾ ਜਗ ਧੰਦੇ ਲਾਇਆ, ਸਾਰੇ ਸੰਸਾਰ ਨੂੰ ਪੈਦਾ ਕਰਕੇ ਆਪਣੇ ਹੁਕਮ ਦੇ ਵਿੱਚ ਉਸ ਪਰਮਾਤਮਾ ਨੇ ਸਾਰਿਆਂ ਨੂੰ ਧੰਦੇ ਵਿੱਚ ਲਾਇਆ ਹੋਇਆ, ਕੰਮ ਵਿੱਚ ਲਾਇਆ ਹੋਇਆ ਹੈ। ਆਪੇ ਹੀ ਆਪ ਲਾਈਨ ਗੁਰ ਤੇ ਸੁਖ ਪਾਇਆ। ਇੱਕ ਉਹ ਗੁਰਮੁਖ ਨੇ ਜਿਨ੍ਹਾਂ ਨੂੰ ਗੁਰੂ ਦੇ ਨਾਲ ਮੇਲ ਕੇ ਆਪ ਹੀ ਉਸਨੇ ਆਪਣੇ ਨਾਮ ਦੇ ਵਿੱਚ ਲਾਇਆ ਹੋਇਆ ਹੈ, ਆਪਣੀ ਬੰਦਗੀ ਵਿੱਚ ਜੋੜਿਆ ਹੈ। ਤਹਿ ਦਿਸ ਇਹੋ ਮਨ ਧਾਮ ਦਾ, ਇਹ ਮਨ ਦਸਾਂ ਦਿਸ਼ਾਵਾਂ ਦੇ ਵੱਲ ਦੌੜਦਾ ਹੈ, ਉੱਤਰ ਦੱਖਣ ਪੂਰਬ ਪੱਛਮ ਦੇ ਵਾਲੇ ਪਾਸੇ ਭੱਜਦਾ ਹੈ। ਗੁਰ ਠਾਕ ਰਹਾਇਆ, ਪਰ ਗੁਰਮੁਖੋ ਗੁਰੂ ਐਸਾ ਸਮਰੱਥ ਹੈ, ਇਸ ਭੱਜੇ ਹੋਏ ਜਾਂਦੇ ਮਨ ਨੂੰ ਗੁਰੂ ਰੋਕ ਦਿੰਦਾ ਹੈ। ਇਹ ਜੋ ਮਨ ਦਸਾਂ ਦਿਸ਼ਾ ਵੱਲ ਦੌੜਦਾ, ਗੁਰੂ ਇਸ ਨੂੰ ਰੋਕ ਦਿੰਦਾ ਹੈ। ਨਾਵੇਂ ਨੂੰ ਸਭ ਲੋਚਦੀ, ਨਾਮ ਨੂੰ ਤੇ ਸਾਰੇ ਹੀ ਚਾਹੁੰਦੇ। ਗਲੀ ਵਿੱਚ ਕੋਈ ਬੰਦਾ ਜਾਂਦਾ ਪਿਆ ਨਾ ਰਾਹ ਤੇ, ਉਹਨੂੰ ਪੁੱਛੋ ਵੀ ਤੈਨੂੰ ਨਾਮ ਚਾਹੀਦਾ, ਉਹ ਕਹੇਗਾ ਹਾਂ ਚਾਹੀਦਾ। ਨਾਮ ਨੂੰ ਲੋਚਦੇ ਤੇ ਸਾਰੇ ਹੀ ਨੇ, ਚਾਹੁੰਦੇ ਤੇ ਸਾਰੇ ਨੇ। ਪਰ ਮਹਾਰਾਜ ਕਹਿਣ ਲੱਗੇ ਗੁਰਮਤਿ ਪਾਇਆ,
ਪਰ ਨਾਮ ਨੂੰ ਪਾਇਆ ਗੁਰਮਤੀਆਂ ਨੇ ਹੈ, ਮਨਮਤੀਆਂ ਨੇ ਨਹੀਂ ਪਾਇਆ। ਜਿਹੜਾ ਗੁਰਮਤੀਆ ਬਣਿਆ, ਗੁਰੂ ਦੀ ਮੱਤ ਲਈ ਹੈ, ਗੁਰ ਕੀ ਮੱਤ ਤੂੰ ਲੇਹ ਇਆਨੇ, ਜਿਹੜਾ ਗੁਰੂ ਦੀ ਮੱਤ ਲੈਣ ਵਾਲਾ ਉਹਨੂੰ ਨਾਮ ਮਿਲਿਆ ਹੈ। ਧੁਰ ਲਿਖਿਆ ਮੇਟ ਨਾ ਸਕੀਐ। ਗੁਰਮੁਖੋ ਧੁਰ ਤੋਂ ਲਿਖਿਆ ਹੋਇਆ ਲੇਖ, ਪਰਮਾਤਮਾ ਨੇ ਜਿਹੜਾ ਲੇਖ ਮੱਥੇ ਤੇ ਲਿਖਿਆ ਨਾ ਉਸ ਨੂੰ ਮਿਟਿਆ ਨਹੀਂ ਜਾਂਦਾ ਹੈ। ਜੋ ਹਰ ਲਿਖ ਪਾਇਆ। ਜੋ ਪਰਮਾਤਮਾ ਨੇ ਲਿਖ ਕੇ ਮੱਥੇ 'ਚ ਪਾ ਦਿੱਤਾ ਉਹਨਾਂ ਲੇਖਾਂ ਨੂੰ ਮਿਟਾਇਆ ਨਹੀਂ ਜਾਂਦਾ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਸੀਸੜੀਆਂ ਜੋ ਵੈ ਸਾਹਿਬ ਸਿਓ ਮੇਲੋ। ਨਾਵੇਂ ਨੋ ਸਭ ਲੋਚਦੀ ਗੁਰਮਤੀ ਪਾਇਆ। ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।